ਸਤਿ ਸ਼੍ਰੀ ਅਕਾਲ ਜੀ, ਨਮਸਤੇ, ਸਲਾਮ, ਦੁਆ। ਮੈਂ ਤੁਹਾਡਾ ਆਪਣਾ ਰੋਬੀ ਬੈਨੀਪਾਲ। ਈਸਟ ਵੈਸਟ ਵਿਦ ਬੈਨੀਪਾਲ ਸ਼ੋਅ ਦੇ ਵਿੱਚ ਇੱਕ ਵਾਰੀ ਫਿਰ ਤੋਂ ਮੈਂ ਤੁਹਾਡਾ ਸਵਾਗਤ ਕਰਦਾ। ਅੱਜ ਦੇ ਇਸ ਸ਼ੋਅ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਮਾਈਗ੍ਰੇਸ਼ਨ ਏਜੰਟ। ਉਹਨਾਂ ਦਾ ਨਾਮ ਦੱਸਣ ਤੋਂ ਪਹਿਲਾਂ ਦੱਸ ਦੇਵਾਂ ਕਿ ਈਸਟ ਯਾਨੀ ਕਿ ਸਾਡਾ ਆਸਟ੍ਰੇਲੀਆ, ਵੈਸਟ ਯਾਨੀ ਕਿ ਸਾਡਾ ਹੀ USA, ਵੈਸਟ ਯਾਨੀ ਕਿ ਉਹ ਵਿਦੇਸ਼ ਦੀ ਧਰਤੀ ਜਿੱਥੇ ਜਾ ਕੇ ਪੰਜਾਬੀ ਵਸਦੇ ਨੇ, ਈਸਟ ਯਾਨੀ ਕਿ ਸਾਡਾ ਪੰਜਾਬ, ਸਾਡਾ ਭਾਰਤ, ਸਾਡਾ ਇੰਡੀਆ। ਸੋ ਰਾਬਤਾ ਅਸੀਂ ਕਰਵਾਉਂਦੇ ਹਾਂ ਇਹਨਾਂ ਦੋਨਾਂ ਪੱਖਾਂ ਦਾ, ਇਹਨਾਂ ਦੋਨਾਂ ਜਿਹੜੇ ਏਰੀਏ ਨੇਗੇ ਜਿਨ੍ਹਾਂ ਦੇ ਵਿੱਚ ਅਸੀਂ ਵਸਦੇ ਹਾਂ, ਜਿੱਥੋਂ ਅਸੀਂ ਜੰਮਦੇ ਹਾਂ, ਜਿੱਥੇ ਅਸੀਂ ਜਾ ਕੇ ਵਸਦੇ ਹਾਂ, ਜਿੱਥੇ ਸਾਡੇ ਬੱਚੇ ਵੱਡੇ ਹੁੰਦੇ ਨੇ। ਈਸਟ ਵੈਸਟ ਦੇ ਇਸ ਰਾਬਤੇ ਨੂੰ ਹੀ ਅਸੀਂ ਈਸਟ ਵੈਸਟ ਵਿਦ ਬੈਨੀਪਾਲ ਸ਼ੋਅ ਦੇ ਵਿੱਚ ਅਸੀਂ ਐਕਸਪ੍ਰੈਸ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਅੱਜ ਅਸੀਂ ਈਸਟ ਵਾਲੇ ਵੈਸਟ ਦੇ ਵਿੱਚ ਆ ਕੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਜਿਹੜੇ ਮਸਲੇ ਨੇਗੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੂੰ ਕਿੱਦਾਂ ਅਸੀਂ ਭੋਗਦੇ ਹਾਂ, ਕਿੱਦਾਂ ਅਸੀਂ ਉਹਨਾਂ ਨੂੰ ਐਨਾਲਾਈਜ਼ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਇਸ ਦੇ ਬਾਰੇ 'ਚ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਮੇਰੇ ਮਹਿਮਾਨ ਨੇ ਜਿਹੜੇ ਅੱਜ, ਉਹਨਾਂ ਦਾ ਨਾਂ ਜੀ ਰਾਕੇਸ਼ ਮਹਾਜਨ। ਉਹਨਾਂ ਦੀ ਜ਼ਿੰਦਗੀ ਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ। ਉਹ ਕਿੱਦਾਂ ਇੱਥੇ ਆਏ, ਕੀ ਉਹ ਸਮੱਸਿਆਵਾਂ ਉਹਨਾਂ ਨੇ ਸ਼ੁਰੂ ਦੇ ਵਿੱਚ ਝੱਲੀਆਂ, ਔਰ ਅੱਜ ਉਹ ਕਿੱਥੇ ਸਟੈਂਡ ਕਰਦੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਥੇ ਪੰਜਾਬੀਆਂ ਦਾ ਜਾਂ ਭਾਰਤੀਆਂ ਦਾ ਭਵਿੱਖ ਕਿੱਦਾਂ, ਕਿਸ ਨਜ਼ਰ ਦੇ ਵਿੱਚ ਦੇਖਦੇ ਨੇ। ਰਾਕੇਸ਼ ਜੀ ਨਮਸਤੇ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਰਾਕੇਸ਼ ਜੀ, ਇਸ ਸ਼ੋਅ ਦੇ ਵਿੱਚ ਅੱਜ ਜਿਹੜੀ ਗੱਲਬਾਤ ਦਾ ਵਿਸ਼ਾ ਸਾਡਾ ਰਹੂਗਾ ਕਿ ਪੰਜਾਬੀ ਜਾਂ ਸਾਡੇ ਭਾਰਤੀ ਤੇ ਉਹਨਾਂ ਦੇ ਜਿਹੜੇ ਨਾਲ ਜੁੜੇ ਹੋਏ ਇਮੀਗ੍ਰੇਸ਼ਨ ਮੈਟਰ ਨੇ। ਪਰ ਉਸ ਤੋਂ ਪਹਿਲਾਂ, ਪਹਿਲੇ ਸੈਗਮੈਂਟ ਦੇ ਵਿੱਚ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਰਾਕੇਸ਼ ਮਹਾਜਨ ਹੈ ਕੌਣ, ਕਿੱਦਾਂ ਇਹਨਾਂ ਨੇ ਔਜ ਜੈਸ ਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ 2017 ਦੇ ਵਿੱਚ ਸਟਾਰਟ ਕੀਤੀ, ਉਸ ਦੇ ਪਿੱਛੇ ਕੀ ਸੀਗਾ, ਇੰਡੀਆ ਦੇ ਵਿੱਚ ਪਿਛੋਕੜ ਕੀ ਸੀਗਾ। ਸਭ ਤੋਂ ਪਹਿਲਾਂ ਮੈਨੂੰ ਆਪਣੇ ਪਿੰਡ, ਆਪਣੇ ਗ੍ਰਾਂ, ਆਪਣੇ ਸ਼ਹਿਰ ਉੱਥੇ ਲੈ ਕੇ ਜਾਓ, ਬਚਪਨ ਦੇ ਵਿੱਚ ਸਾਨੂੰ ਘੁਮਾ ਕੇ ਲਿਆਓ, ਫਿਰ ਦੇਖਦੇ ਹਾਂ ਜੀ ਅਗਲੀਆਂ ਗੱਲਾਂ। ਰੋਬੀ ਜੀ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਜੀ ਤੇ ਮੇਰਾ ਜਨਮ ਅੰਮ੍ਰਿਤਸਰ ਦਾ ਹੀ ਹੈ। ਮੇਰੇ ਪੇਰੈਂਟਸ ਮਾਈਗ੍ਰੇਟ ਕੀਤੇ ਸੀਗੇ 1947 ਦੇ ਵਿੱਚ ਅੰਮ੍ਰਿਤਸਰ, ਪਾਕਿਸਤਾਨ ਤੋਂ ਜੀ, ਤੇ ਮੇਰਾ ਜੰਮਪਲ ਅੰਮ੍ਰਿਤਸਰ ਦਾ ਹੀ ਹੈ। ਸੋ ਜਿੱਥੋਂ ਤੱਕ ਐਜੂਕੇਸ਼ਨ ਦਾ ਸਵਾਲ ਹੈ, ਮੈਂ ਲਾਅ ਪੜ੍ਹਿਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜੀ, ਔਰ ਲਾਅ ਦੇ ਵਿੱਚ ਕੰਟੀਨਿਊ ਕਰਨਾ ਸੀਗਾ, ਬਟ ਪੜ੍ਹਾਈ ਦੇ ਦਰਮਿਆਨ ਹੀ ਮੈਂ ਐਜੂਕੇਸ਼ਨ ਕੰਸਲਟਿੰਗ ਓਪਨ ਅਪ ਕਰ ਲਈ। ਜਦੋਂ ਤੁਸੀਂ ਸਟੱਡੀ ਕਰ ਰਹੇ ਸੀ, ਜਦੋਂ ਮੈਂ ਸਟੱਡੀ ਕਰ ਰਿਹਾ ਸੀਗਾ, ਵਾਈਲ ਸਟੱਡਿੰਗ ਆਈ ਥਿੰਕ ਸੈਕੰਡ ਈਅਰ 'ਚ ਸੀਗਾ ਮੈਂ ਲਾਅ ਦੇ ਵਿੱਚ। ਤੋ ਆਈ ਵਾਸ 21 ਇਅਰਸ 올ਡ ਜੀ, ਜਦੋਂ ਮੈਂ, ਤੁਸੀਂ ਕਹਿ ਸਕਦੇ ਹੋ ਕਿ ਆਊਟ ਆਫ ਕਿਉਰਿਓਸਿਟੀ, ਕਿ ਉਸ ਵੇਲੇ ਆਸਟ੍ਰੇਲੀਆ ਇੱਕ ਬਹੁਤ ਨਵਾਂ ਡੈਸਟੀਨੇਸ਼ਨ ਸੀਗਾ ਇੰਡੀਆ ਵਾਸਤੇ, ਤੇ ਸਾਡੇ ਆਸ-ਪਾਸ ਕੁਝ ਫਰੈਂਡਸ ਸੀਗੇ ਜਿਹੜੇ ਉਹ ਚਲੇ ਗਏ ਸੀਗੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਲੈ ਕੇ। ਕਿਹੜੇ ਸਾਲ ਦੀ ਗੱਲ ਹੋ ਗਈ? ਆਪਾਂ ਗੱਲ ਕਰ ਰਹੇ ਜੀ 1998 ਦੀ। 1998 ਦੀ, ਜਦੋਂ ਮੈਂ 21 ਇਅਰਸ 올ਡ ਸੀਗਾ, ਬਟ ਮੋਟੀਵੇਸ਼ਨ ਤੇ ਸੀਗੀ ਵੀ ਕੁਝ ਕਰਨਾ ਹੈਗਾ ਲਾਈਫ ਦੇ ਵਿੱਚ, ਔਰ ਬਿਜ਼ਨਸ ਕਰਨਾ ਹੈਗਾ। ਔਰ ਫਿਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਪਤਾ ਲੱਗਾ ਕਿ ਫਲਾਣਾ ਬੰਦਾ ਆਸਟ੍ਰੇਲੀਆ ਚਲੇ ਗਿਆ। ਤੇ ਫਿਰ ਮੈਂ ਉੱਥੇ ਇੱਕ ਚੰਡੀਗੜ੍ਹ ਸਾਡੀ ਕੰਪਨੀ ਸੀ ਕੋਈ, ਕਿਉਂਕਿ 21 ਇਅਰਸ ਏਜ ਦੇ ਵਿੱਚ ਮੈਂ ਇੰਡੀਪੈਂਡੈਂਟ ਤੇ ਨਹੀਂ ਕਰ ਸਕਦਾ ਨਾ ਜੀ। ਸੋ ਮੈਂ ਉਹਨਾਂ ਦਾ ਫਰੈਂਚਾਈਜ਼ ਲੈ ਕੇ ਇੱਕ ਹੋਮ ਆਫਿਸ, ਜਿਹਨੂੰ ਉਹ ਗਰਾਜ ਸੀਗਾ ਸਾਡੇ, ਜਿਹਦੇ ਵਿੱਚ ਆਪਾਂ ਉਹਨਾਂ ਦਾ ਫਰੈਂਚਾਈਜ਼ ਲੈ ਕੇ ਤੇ ਆਫਿਸ ਸ਼ੁਰੂ ਕਰ ਦਿੱਤਾ, ਤੇ ਸਟੱਡੀ ਅਬਰੋਡ ਕਰਕੇ ਜੀ, ਬਿਜ਼ਨਸ ਆਊਟ ਆਫ ਕਿਉਰਿਓਸਿਟੀ ਸੀਗਾ ਵੀ ਸਿੱਖੀਏ ਵੀ ਕੀ ਹੋ ਰਿਹਾ, ਕਿੱਥੇ ਨੂੰ ਲੋਕ ਜਾ ਰਹੇ, ਕਿਸ ਤਰ੍ਹਾਂ ਹੋ ਰਿਹਾ ਸਭ ਕੁਝ। ਸੋ ਉਦੋਂ ਮੈਨੂੰ ਯਾਦ ਹੈ ਕਿ ਜਦੋਂ ਆਪਾਂ, ਬਹੁਤ ਨਵਾਂ ਕਨਸੈਪਟ ਸੀਗਾ ਅੰਮ੍ਰਿਤਸਰ ਲਈ, ਤੇ ਉਦੋਂ ਲੋਕੀ ਹੱਸਦੇ ਸੀਗੇ ਸਾਡਾ ਬੋਰਡ ਦੇਖ ਕੇ। ਉਹਦੇ ਤੇ ਲਿਖਿਆ ਸੀਗਾ ਸਟੱਡੀ ਇਨ US, ਆਸਟ੍ਰੇਲੀਆ, ਕੈਨੇਡਾ। ਸੋ ਉਦੋਂ ਤੁਸੀਂ US ਦੀ ਕੋਰਸ ਵੀ ਭੇਜਦੇ ਸੀ? ਉਦੋਂ ਤਾਂ ਆਪਾਂ ਮਲਟੀਪਲ ਕਰਦੇ ਸੀਗੇ ਵੀ, ਆਸਟ੍ਰੇਲੀਆ ਵੀ, ਨਿਊਜ਼ੀਲੈਂਡ ਵੀ, ਬਟ ਉਦੋਂ ਬਿਗਨਿੰਗ ਸੀਗੀ। ਅੱਛਾ, ਬਹੁਤ ਨਵੇਂ ਸੀਗੇ, ਮਤਲਬ ਪਹਿਲੇ 1-2 ਸਾਲ ਤੇ ਆਪਾਂ ਨੂੰ ਵੀ ਸਮਝ ਨਹੀਂ ਲੱਗੀ ਕਿ ਕੀ ਹੋ ਰਿਹਾ। ਵੀ ਜਸਟ ਟ੍ਰਾਈਂਗ ਟੂ ਅੰਡਰਸਟੈਂਡ। ਫਿਰ ਇਵੈਂਚੁਅਲੀ ਹੌਲੀ ਸੋ ਨੀਅਰਲੀ 10 ਇਅਰਸ ਮੈਂ ਇੰਡੀਆ ਉਹ ਕੰਸਲਟੈਂਸੀ ਚਲਾਈ। ਬਾਅਦ ਵਿੱਚ ਸਾਲਦਿਆਂ ਨੇ ਸ਼ੁਰੂ ਕੀਤੀ ਤੇ ਕਾਫੀ ਸਾਲ, ਪਹਿਲੇ 2 ਸਾਲ ਤੇ ਸਾਨੂੰ ਐਕਸਪੈਰੀਮੈਂਟ ਕਰਦੇ ਲੱਗ ਗਏ। ਫਿਰ ਇਵੈਂਚੁਅਲੀ ਹੋਰ ਕੰਪਨੀਆਂ ਬਦਲੀਆਂ, ਬਟ 2005 ਦੇ ਵਿੱਚ ਮੈਂ ਆਪਣੀ ਕੰਪਨੀ ਲਾਂਚ ਕੀਤੀ ਇੰਡੀਆ ਦੇ ਵਿੱਚ,
ਜਿਹਦਾ ਨਾਮ ਸੀਗਾ ਡੈਸਟੀਨੇਸ਼ਨ ਓਵਰਸੀਜ਼। ਡੈਸਟੀਨੇਸ਼ਨ ਆਫ ਓਵਰਸੀਜ਼। ਡੈਸਟੀਨੇਸ਼ਨ ਓਵਰਸੀਜ਼ ਜਿਹੜੀ ਉਹ ਮੇਰੀ ਫਿਰ ਫਾਊਂਡੇਸ਼ਨ ਸੀਗੀ ਜੀ, ਜਿਹਦਾ ਨਾਮ ਵੀ ਮੈਂ ਡਿਸਕਵਰ ਕੀਤਾ, ਜੀ, ਰਜਿਸਟਰ ਕੀਤਾ, ਕੰਪਨੀ ਬਣਾਈ 2005 ਤੋਂ ਔਨਵਰਡਸ। ਫਿਰ ਆਪਾਂ ਤੁਸੀਂ ਸਮਝ ਲਓ ਕਿ ਹੰਡਰਡਸ ਹੀ ਬੱਚੇ ਸਟੂਡੈਂਟਸ ਜਿਹੜੇ ਭੇਜੇ ਆਸਟ੍ਰੇਲੀਆ 'ਚ, UK ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ। ਤੇ ਅੱਜ ਵੀ ਸਾਨੂੰ ਕਈ ਸਟੂਡੈਂਟਸ ਆ ਕੇ ਮਿਲਦੇ ਨੇ। ਮੇਰੇ ਜਿਹੜੇ ਸਾਡੇ ਉਸ ਟਾਈਮ ਦੇ ਸਟੂਡੈਂਟ ਭੇਜੇ ਨੇ ਉਹ ਸਾਰੇ ਮੋਸਟਲੀ ਆਸਟ੍ਰੇਲੀਅਨ ਸਿਟੀਜ਼ਨ ਨੇ, ਔਰ ਮੈਨੂੰ ਲੱਗਦਾ ਕਈ ਸਾਡੇ ਤੋਂ ਵੀ ਜ਼ਿਆਦਾ ਵੈਲ ਆਫ ਨੇ। ਸਿਕਿਉਰਿਟੀ ਕੰਪਨੀਜ਼ ਰਨ ਕਰ ਰਹੇ ਨੇ, ਕੋਈ ਕਾਰ ਵਾਸ਼ ਨੇ, ਕੋਈ ਟਰਾਂਸਪੋਰਟ ਕੰਪਨੀਜ਼ ਚਲਾ ਰਹੇ ਨੇ। ਸੋ ਕਾਫੀ ਲੰਬਾ ਚੌੜਾ ਨੈਟਵਰਕ ਹੈ ਜੀ। ਤੇ ਤੁਸੀਂ ਜਦੋਂ 21 ਸਾਲਾਂ ਦੇ ਨੇ ਸ਼ੁਰੂ ਕੀਤਾ, ਹਾਂਜੀ, ਤਾਂ ਇਹ ਬਿਜ਼ਨਸ ਹੀ ਕਰਨਾ, ਤੁਸੀਂ ਕਿਹਾ ਕਿ ਬਿਜ਼ਨਸ ਹੀ ਕਰਨਾ, ਹਾਂਜੀ, ਉਹ ਇਸ ਲਈ ਸੋਚਿਆ ਕਿ ਨਾਮ ਦੇ ਪਿੱਛੇ ਮਹਾਜਨ ਲੱਗਦਾ, ਕਿਉਂਕਿ ਜਦੋਂ ਕਿਸੇ ਦੇ ਨਾਮ ਪਿੱਛੇ ਸਿੰਘ ਲੱਗਦਾ ਉਹ ਕਹਿੰਦਾ ਮੈਂ ਤਾਂ ਖੇਤੀ ਕਰਨੀ ਹੈ, ਜਾਂ ਟਰੈਕਟਰ ਲੈਣਾ, ਜਾਂ ਬੰਬੂ ਕਾਟ ਲੈਣਾ, ਜਾਂ ਫਿਰ ਮੈਂ ਬੰਦੂਕ ਲੈਣੀ ਹੈਗੀ, ਜਾਂ ਫਿਰ ਮੈਂ ਚਿੱਟੇ ਕੱਪੜੇ ਪਾ ਕੇ ਮਤਲਬ ਐਕਟਰ ਬਣਨਾ, ਜਾਂ ਕੁਛ ਏਦਾਂ ਦਾ ਕਰਨਾ। ਸੋ ਇਹ ਮਤਲਬ ਫੈਮਿਲੀਜ਼ ਹੋ ਜਾਂ ਕਿਸੇ ਦੋਸਤ ਨੇ ਕਿਹਾ ਕਿ ਯਾਰ ਤੁਹਾਡੇ ਵਿੱਚ ਇਹ ਕੁਆਲਿਟੀ ਹੈ, ਬਿਜ਼ਨਸ ਵਾਲੇ ਪਾਸੇ ਜਾਣਾ ਚਾਹੀਦਾ? ਨਹੀਂ, ਕਿਹਾ ਤੇ ਕਿਸੇ ਨੇ ਵੀ ਨਹੀਂ, ਪਰ ਕਰਨਾ ਬਿਜ਼ਨਸ ਹੀ ਸੀਗਾ। ਅੱਛਾ, ਮਹਾਜਨ ਕਮਿਊਨਿਟੀ ਤੋਂ ਆਉਂਦੇ ਆ। ਹਾਂਜੀ। ਤੇ ਮੇਰੇ ਫਾਦਰ, ਸਾਡਾ ਮੋਸਟਲੀ ਇੰਡੀਆ ਕਰਿਆਨੇ ਦਾ ਹੀ ਕੰਮ ਸੀਗਾ, ਜਿਹੜਾ ਸਾਡਾ ਜੱਤੀ ਪੁਸ਼ਤੀ ਕੰਮ ਹੈ ਜੀ, ਪੇਰੈਂਟਸ ਦਾ, ਉਹ ਕਰਿਆਨਾ ਦਾ, ਕਿਉਂਕਿ ਮਹਾਜਨ ਮਤਲਬ ਜੀ ਉਹੀ ਮਤਲਬ ਦਿਮਾਗ ਉਸੇ ਤਰੀਕੇ ਨਾਲ ਹੀ ਚੱਲਦਾ। ਕਰਿਆਨਾ ਤੇ ਸਾਡੇ ਜਿਹੜਾ ਸਭ ਨੂੰ ਪੁਰਾਣਾ ਸਾਡਾ ਕੰਮ, ਸਾਡੇ ਆਟਾ ਚੱਕੀ ਹੈ ਅੰਮ੍ਰਿਤਸਰ ਦੇ ਵਿੱਚ ਸੀਗੀ, ਮਤਲਬ ਹੁਣ ਤੇ ਬੰਦ ਹੋ ਗਈ। ਸੋ ਪੇਰੈਂਟਸ ਦਾ ਉਹੀ ਕੰਮ ਸੀਗਾ ਜੀ, ਤੇ ਉਹਨਾਂ ਨੂੰ ਦੂਰ ਦੂਰ ਤੱਕ ਵੀ ਇਸ ਕੰਮ ਦਾ ਕੋਈ ਅੰਦਾਜ਼ਾ ਨਹੀਂ ਸੀਗਾ ਕਿ ਕੀ ਕਰਨ ਜਾ ਰਿਹਾ ਮੈਂ ਉਹੀ ਸੋਚ ਰਿਹਾ ਕਿ 21 ਸਾਲ ਦੀ ਉਮਰ ਦੇ ਵਿੱਚ ਕਾਲਜ ਦੇ ਵਿੱਚ ਬੱਚਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਿਹਾ, ਤੇ ਉਸ ਨੂੰ ਤਾਂ ਸੁਪਨੇ ਆਉਂਦੇ ਨੇ ਕਿ ਜਿਹੜੇ ਕ੍ਰਸ਼ ਹੋਇਆ ਹੁੰਦਾ ਕਿਸੇ ਤੇ, ਜਿਹਨੇ ਕ੍ਰਸ਼ ਵੀ ਹੋਇਆ ਸੀਗਾ। ਅੱਛਾ, ਉਹ ਵੀ ਹੋਇਆ ਸੀਗਾ। ਤੇ ਉੱਥੇ ਵੀ ਇਮੀਗ੍ਰੇਸ਼ਨ ਵੀਜ਼ੇ ਵੂਜੇ ਦਾ ਕੋਈ ਮਤਲਬ ਕਿਦਾਂ ਕੀ ਖੋਲੋ ਕੋਈ ਪੱਤਰੇ ਜਿਹੜੇ ਖੋਲ ਸਕਦੇ ਹੋ, ਉਹ ਕ੍ਰਸ਼ ਕਰਕੇ ਹੀ ਮੋਟੀਵੇਸ਼ਨ ਸੀਗੀ। ਮੈਂ ਉਹੀ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਕ੍ਰਸ਼ ਸੀਗਾ, ਹਿਸਾਬ ਨਾਲ ਬੋਲਿਓ, ਪਰ ਇੱਥੇ ਪ੍ਰੋਗਰਾਮ ਦੇ ਵਿੱਚ ਲਾਈਵ ਜਾਣਾ ਤੇ ਅੱਗੇ ਅਫੇਅਰ ਸੀਗਾ, ਤੇ ਫਿਰ ਮੋਟੀਵੇਸ਼ਨ ਸੀਗੀ ਕਿ ਹੁਣ ਪੈਸੇ ਵੀ ਚਾਹੀਦੇ ਨੇ। ਅੱਛਾ ਜੀ। ਜਦੋਂ ਪੈਸੇ ਚਾਹੀਦੇ ਨੇ ਤੇ ਮਤਲਬ ਕਿ ਹੁਣ ਕੁਝ ਕਰਨਾ ਪਊਗਾ ਤੇ ਨਵਾਂ ਕਰਨਾ ਪਊਗਾ ਜੀ। ਤਾਂ ਮਤਲਬ ਉਹ ਪ੍ਰੈਸ਼ਰ ਸੀਗਾ ਉਸ ਪਾਸਿਓਂ, ਉਸ ਪਾਸੇ ਕਰ ਗੁਜ਼ਰਨ ਲਈ ਵਾਸਤੇ। ਤੇ ਇਹ ਜਿਹੜਾ ਇੱਕ ਸੀ ਕਰ ਗੁਜ਼ਰਨ ਵਾਲਾ ਕਿ ਵੀ ਹਾਂ ਕਰਨਾ ਪਊਗਾ, ਇੱਕ ਇਹ ਸੀਗਾ ਕਿ ਵੀ ਮੈਂ ਤਾਂ ਜੇ ਉਹ ਪਹਾੜ ਚੀਰ ਦੇਗਾ, ਫਰਹਾਦ ਬਣ ਗਿਆ ਸੀ ਫਿਰ ਉਹ, ਮਤਲਬ ਕੁਝ ਉਦਾਂ ਦਾ ਸੀਗਾ, ਜਾਂ ਉਧਰੋਂ ਤਾਨਾ ਤੁਨਾ ਵੱਜਿਆ ਸੀਗਾ ਕਿ ਨਹੀਂ ਸੀਗਾ ਵੀ ਕੁਝ ਨਾ ਕੁਝ ਕਰਾਂਗੇ ਤੇ ਤਾਦੀ ਪ੍ਰਪੋਜ਼ਲ ਜਾਏਗਾ। ਅੱਛਾ ਜੀ, ਅੱਛਾ, ਮਤਲਬ ਅਜੇ ਅਪਰੋਚ ਹੋ ਹੀ ਨਹੀਂ ਸੀਗੇ, ਪਹਿਲਾਂ ਆਪਣੇ ਆਪ ਨੂੰ ਐਸਟੈਬਲਿਸ਼। ਹਾਂਜੀ, ਆਪਣੇ ਆਪ ਨੂੰ। ਸੋ ਦੇਖੋ ਜੀ, ਕਿਸ ਤਰ੍ਹਾਂ ਤੁਸੀਂ ਕਿਸੇ ਵੀ ਚੀਜ਼ ਨੂੰ ਪੋਜ਼ਿਟਿਵ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਸਕਦੇ ਹੋ। ਕਈ ਵਾਰੀ ਜ਼ਿੰਦਗੀ ਦੇ ਵਿੱਚ ਕੁਝ ਐਦਾਂ ਦਾ ਆਉਂਦਾ ਤੁਹਾਡੀ ਲਾਈਫ ਦੇ ਵਿੱਚ, ਜਿੱਥੇ ਅਸੀਂ ਸੋਚਦੇ ਹਾਂ, ਮਹਿਸੂਸ ਕਰਦੇ ਹਾਂ ਕਿ ਯਾਰ ਖਤਮ ਹੋ ਗਈ, ਉਸ ਦੇ ਵਿੱਚੋਂ ਹੀ ਤੁਸੀਂ ਕੁਝ ਨਾ ਕੁਝ ਚੱਕ ਕੇ ਤੁਸੀਂ ਅੱਗੇ ਉਸ ਜ਼ਿੰਦਗੀ ਨੂੰ, ਉਸ ਦੀ ਆਕਸੀਜਨ ਜਾਂ ਉਸੇ ਨੂੰ ਮੋਟੀਵੇਸ਼ਨ ਵਾਸਤੇ ਯੂਜ਼ ਕਰ ਸਕਦੇ ਹੋ। ਸੋ ਬੜਾ ਹੋਇਆ ਜੀ, ਨਹੀਂ ਤਾਂ ਮਤਲਬ ਜਿਸ ਦੌਰ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਦੌਰ ਦੇ ਵਿੱਚ ਤਾਂ ਜਿਹੜੀ ਵਿਆਹ ਵਾਲੀ ਕਾਰ ਭੰਨਣ ਦਾ, ਜਾਂ ਟਾਇਰਾਂ 'ਚ ਫੂਕ ਕੱਢਣ ਵਾਲਾ, ਜਾਂ ਤੇਲ ਪਾਉਣ ਵਾਲੀਆਂ ਗੱਲਾਂ, ਇਹੋ ਜਿਹਾ ਊਟ ਪਟਾਂਗ ਜਾਂ ਕਾਫੀ ਗੀਤਾਂ ਗੁੱਤਾਂ ਦੇ ਵਿੱਚ ਵੀ ਚੱਲਦਾ ਹੁੰਦਾ ਸੀ, ਏਦਾਂ ਦਾ ਹੁੰਦਾ ਸੀ। ਤੁਸੀਂ ਬੜੇ ਵਧੀਆ ਤਰੀਕੇ ਨਾਲ ਉਸ ਨੂੰ ਯੂਟਿਲਾਈਜ਼ ਕੀਤਾ। ਤੇ ਪਹਿਲਾ ਜਿਹੜਾ ਵੀਜ਼ਾ ਤੁਸੀਂ ਲਗਵਾਇਆ, ਉਹ ਕਲਾਇੰਟ ਦਾ ਨਾਮ ਤਾਂ ਯਾਦ ਹੋਣਾ ਤੁਹਾਡੇ ਕੋਲ? ਉਹ ਕਲਾਇੰਟ ਦਾ ਨਾਮ ਹੈ ਜੀ ਭੁਪਿੰਦਰ ਸਿੰਘ। ਅੱਛਾ ਜੀ। ਔਰ ਇਸ ਲਈ ਉਹ ਆਈ ਬਿਲੀਵ ਕਿ ਮੈਲਬਨ ਬੈਂਕ ਇਜ਼ ਅ ਚੀਫ ਮੈਨੇਜਰ। ਕੀ ਬਾਤ ਹੈ। ਸੋ ਪਹਿਲਾ ਵੀਜ਼ਾ ਕਿਹੜੇ ਸਾਲ ਚ ਲਵਾਇਆ ਤੁਸੀਂ? I think 99 ਚ ਲਗਵਾਇਆ ਹੋਊਗਾ। ਅੱਛਾ, ਤੁਹਾਨੂੰ ਕਿਸ ਸਟੇਜ ਤੇ ਜਾ ਕੇ ਇਹ ਮਹਿਸੂਸ ਹੋਇਆ ਕਿ ਯਾਰ ਜਿਹੜਾ ਪੇਪਰ ਵਰਕ ਆ, ਇਮੀਗ੍ਰੇਸ਼ਨ ਵਾਲਾ ਜਿਹੜਾ ਕੰਮ ਆ, ਵੀ ਇਹ ਇੰਨਾ ਸੌਖਾ ਨਹੀਂ ਹੈ ਜਿੰਨਾ ਬੋਰਡ ਲੱਗਿਆ ਦਿਸਦਾ ਸਾਨੂੰ? ਹਾਂਜੀ ਹਾਂਜੀ। ਸੋ ਕਿਸੇ ਸਟੇਜ ਤੇ ਜਾ ਕੇ ਹੋਇਆ ਜਾਂ ਤੁਸੀਂ ਇੰਜੋਏ ਕਰ ਰਹੇ ਹੋ? ਨਹੀਂ, ਉਹ ਤੇ ਹਮੇਸ਼ਾ ਹੀ ਸੀਗਾ, ਇਹਦੇ ਵਿੱਚ ਦਿੱਕਤਾਂ ਤੇ ਹਮੇਸ਼ਾ ਹੀ ਨੇ ਜੀ, ਸ਼ੁਰੂ ਤੋਂ ਹੀ। ਸੌਖਾ ਤੇ ਮਤਲਬ ਜਦੋਂ ਤੱਕ ਪੇਪਰ ਵਰਕ ਐਕੂਰੇਟ ਨਹੀਂ ਹੋਊਗਾ, ਉਦੋਂ ਤੱਕ ਸਕਸੈਸ ਨਹੀਂ ਮਿਲੂਗਾ। ਸਿੰਪਲ। ਤੇ ਤੁਸੀਂ ਆਪਾਂ ਜਿਹੜੀ ਪੂਰੀ ਅਗਲੀ ਜਰਨੀ ਦੀ ਗੱਲ ਅਗਲੇ ਸੈਗਮੈਂਟ ਦੇ ਵਿੱਚ ਕਰਨੀ ਆ, ਤੁਸੀਂ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਹੋਗੇ, ਉੱਥੇ ਵਾਲਾ ਦੌਰ ਸੀ ਇੰਡੀਆ ਦੇ ਵਿੱਚ, ਉਸ ਦੌਰ ਦੇ ਵਿੱਚ ਕੌੜੇ ਤਜਰਬੇ ਵੀ ਹੋਏ ਹੋਣੇ। ਉੱਥੇ ਤੁਸੀਂ ਅੱਜ ਹੀ ਇੱਥੇ ਮਾਈਗ੍ਰੇਸ਼ਨ ਏਜੰਟ ਬਣੇ ਬੈਠੇ ਹੋਗੇ, ਤੇ ਇੱਕ ਚੰਗੀ ਫਰਮ ਜਿਹੜੀ ਰਨ ਕਰ ਰਹੇ ਹੋ,
ਉਸ ਦੇ ਪਿੱਛੇ ਆਫ ਕੋਰਸ ਚੰਗਾ ਔਰ ਜੈਨੂਇਨ ਕੰਮ ਹੀ ਰਿਹਾ ਤਾਂ ਹੀ ਬਿਲਕੁਲ ਤੁਸੀਂ ਇੱਥੇ ਤੱਕ ਪਹੁੰਚੇ। ਪਰ ਇੰਡੀਆ ਦੇ ਵਿੱਚ ਬਿਕੋਜ਼ ਉੱਥੇ ਬਹੁਤ ਸਾਰੀਆਂ ਉੱਦਾਂ ਦੁਕਾਨਾਂ ਖੁੱਲੀਆਂ ਹੋਈਆਂ, Yes. ਉਹ ਦੁਕਾਨਾਂ ਖੁੱਲਣ ਦੇ ਕਰਕੇ ਜਿਹੜਾ ਜੈਨੂਇਨ ਪਰਸਨ ਹੈਗਾ ਉਹਨਾਂ ਨੂੰ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਬਿਲਕੁਲ ਜੀ। ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਥੇ ਉਹ ਪਿਛਲੇ ਜਿਹੜੇ 10 ਸਾਲ ਸੀਗੇ ਇੰਡੀਆ ਦੇ ਵਾਲੇ ਚ, ਉਹਦੇ ਵਿੱਚ ਕੁਝ ਇਦਾਂ ਦਾ ਹੋਵੇ ਜਿਹੜਾ ਤੁਸੀਂ ਸੋਚਦੇ ਹੋ ਯਾਰ ਇਹ ਮੈਮਰੀ ਚ ਕੱਢ ਦਿੱਤਾ ਜਾਵੇ? ਨਹੀਂ ਦੇਖੋ, ਮੋਸਟ ਲਾਈਕਲੀ ਇਸ ਤਰ੍ਹਾਂ ਦਾ ਕੁਝ ਨਹੀਂ ਰਿਹਾ, ਬਟ ਕਿਉਂਕਿ ਆਪਾਂ ਕਦੀ ਵੀ ਕਿਸੇ ਨਾਲ ਹੇਰਾਫੇਰੀ ਜਾਂ ਉਹ ਨਹੀਂ ਕੀਤਾ। ਮਤਲਬ ਅਗਰ ਆਪਾਂ ਸੇ 10 ਸਾਲਾਂ ਵਿੱਚ 500 ਕਲਾਇੰਟ ਡੀਲ ਕੀਤਾ ਹੋਊਗਾ ਜੀ, ਤੇ ਅੱਜ ਕੋਈ ਵੀ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਇਹਨਾਂ ਨੇ 100 ਰੁਪਇਆ ਦੇਣਾ ਹੈ। ਸੋ ਓਵਰਆਲ ਵਧੀਆ ਰਿਹਾ। ਹਾਂ, ਕੁਝ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਜਦੋਂ ਕੁਝ ਇੰਸਟੀਟਿਊਸ਼ਨਸ ਨੇ ਪੈਸਾ ਮਾਰ ਲਿਆ, ਸਪੈਸ਼ਲੀ ਇੱਕ ਟਾਈਮ ਸੀਗਾ ਜਦੋਂ ਯੂਕੇ ਦੇ ਕੁਝ ਕਾਲਜਸ ਬੰਦ ਹੋਏ ਸੀਗੇ ਜੀ। ਬਟ ਉਹ ਫਿਰ ਆਪਾਂ ਕਲਾਇੰਟਸ ਨਾਲ ਸੈਟਲ ਕੀਤਾ, ਉਹਨਾਂ ਨੂੰ ਜਿੰਨਾ ਕੁ ਹੋ ਸਕਦਾ ਸੀ ਆਪਾਂ ਕੰਪਨਸੇਟ ਕੀਤਾ, ਹੈਲਪ ਕੀਤਾ। ਅੱਛਾ, ਜਦੋਂ ਵੀ ਕੋਈ ਬੱਚਾ ਜਿਹੜਾ ਇੰਡੀਆ ਦੇ ਵਿੱਚ ਕੋਈ ਬਿਜ਼ਨਸ ਜਾਂ ਕੋਈ ਕਾਰੋਬਾਰ ਸ਼ੁਰੂ ਕਰਦਾ, ਚਾਹੇ ਕਿਸੇ ਵੀ ਮੁਲਕ ਦੇ ਵਿੱਚ ਕਰਦਾ, ਤਾਂ ਉਹਨਾਂ ਦੇ ਪੇਰੈਂਟਸ ਵੱਲੋਂ ਜਾਂ ਐਲਡਰ ਵੱਲੋਂ ਜਾਂ ਕੁਝ ਚੰਗੇ ਦੋਸਤਾਂ ਵੱਲੋਂ ਕੁਝ ਸਲਾਹਾਂ ਦਿੱਤੀਆਂ ਜਾਂਦੀਆਂ ਹਾਂਜੀ, ਹਾਂਜੀ। ਕਿ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖੀ। ਤੁਹਾਡੇ ਕੁਝ ਯਾਦ ਹੋਵੇ ਜਿਹੜੀ ਹੁਣ ਤੱਕ ਤੁਸੀਂ ਲੈ ਕੇ ਨਾਲ ਤੁਰੇ ਹੋਏ ਹੋ ਔਰ ਤੁਹਾਨੂੰ ਲੱਗਦਾ ਕਿ ਯਾਰ ਆਹ ਗਿੱਦੜ ਸਿੰਘ ਹੀ ਸੀਗੀ, ਜੇ ਨਾ ਮਿਲੀ ਹੁੰਦੀ ਤਾਂ ਸ਼ਾਇਦ ਗੜਬੜ ਹੋ ਜਾਣੀ ਸੀ? ਦੇਖੋ ਜੀ, ਸਕਸੈਸ ਇਹੀ ਸੀਗਾ ਕਿ ਆਪਾਂ ਇਹੀ ਬੇਸਿਕ ਪ੍ਰਿੰਸੀਪਲ ਸੀਗਾ ਜੀ ਕਿ ਆਪਾਂ ਹੇਰਾਫੇਰੀ ਨਾ ਕਰੀਏ ਕਿਸੇ ਨਾਲ। ਮਤਲਬ ਜੇ ਉਹਦਾ ਕੰਮ ਨਹੀਂ ਹੋਇਆ ਤੇ ਉਹਦੇ ਨਜਾਇਜ਼ ਉਹਦੇ ਕੋਲ ਪੈਸੇ ਨਾ ਲਈਏ ਤੇ ਕੋਸ਼ਿਸ਼ ਕਰੀਏ ਕਿ ਇਮਾਨਦਾਰੀ ਨਾਲ ਆਪਣਾ ਕੰਮ ਕਰੀਏ। ਅੱਛਾ, ਤੁਸੀਂ ਹੁਣ ਆਸਟ੍ਰੇਲੀਆ ਦੇ ਵਿੱਚ ਬਹੁਤ ਸੋਹਣਾ ਮਾਈਗ੍ਰੇਸ਼ਨ ਦਾ ਕੰਮ ਕਰ ਰਹੇ ਹੋ, ਇੱਥੇ ਬਹੁਤ ਸਾਰੇ ਇਹਨਾਂ ਦੇ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਇੰਡੀਆ ਦੇ ਵਿੱਚ ਲੋਕਾਂ ਦੀ ਜਿਹੜੀ ਅੱਜ ਤੇ 10 ਸਾਲ ਪੁਰਾਣੀ ਜਿਹੜੀ ਗੱਲ ਆ, ਕਿੰਨਾ ਕੁ ਫਰਕ ਆਇਆ ਉੱਥੇ? ਲੋਕ ਪਹਿਲਾਂ, ਮੈਨੂੰ ਜਿੰਨਾ ਕੁ ਮੇਰੇ ਕੋਲ ਇਨਫੋਰਮੇਸ਼ਨ ਹੈ ਕਿ ਲੋਕ ਪਹਿਲਾਂ ਬਹੁਤ ਜ਼ਿਆਦਾ ਇਹ ਸੋਚਦੇ ਹੁੰਦੇ ਸਨ ਕਿ ਬਸ ਅਸੀਂ ਚੱਲ ਗਏ ਮਾਈਗ੍ਰੇਸ਼ਨ ਏਜੰਟ ਕੋਲੇ ਤੇ ਬਸ ਹੁਣ ਸਾਡਾ ਵੀਜ਼ਾ ਲੱਗ ਹੀ ਜਾਣਾ, ਹਾਂਜੀ, ਹਾਂਜੀ। ਉਦਾਂ ਦਾ ਸਾਰਾ ਕੁਝ। ਹੁਣ ਥੋੜਾ ਅਵੇਅਰਨੈਸ ਵੀ ਥਰੂ ਸੋਸ਼ਲ ਮੀਡੀਆ ਵੀ ਹੋਈ ਹੈ, ਹੁਣ ਵੀ ਤੁਹਾਡੀ ਫਰਮ ਚੱਲਦੀ ਹੈ ਉੱਥੇ ਇੰਡੀਆ ਦੇ ਵਿੱਚ, ਤਾਂ ਫਰਕ ਲੱਗ ਰਿਹਾ ਤੁਹਾਨੂੰ? ਉਸ ਸਮੇਂ ਦੇ ਨਾਲ ਕੁਝ ਚੇਂਜ ਆਇਆ ਲੋਕਾਂ ਦੇ ਬਿਹੇਵੀਅਰ ਦੇ ਵਿੱਚ, ਜਾਂ ਅਜੇ ਵੀ ਉਹ ਇਹੀ ਸੁਣਨਾ ਚਾਹੁੰਦੇ ਨੇ ਕਿ ਅਸੀਂ ਬੈਸਟ ਕਰ ਰਹੇ ਹਾਂ ਔਰ ਸਾਡਾ ਸਾਰਾ ਮਤਲਬ ਸਾਡਾ ਵੀਜ਼ਾ ਲੱਗ ਜਾਊਗਾ? ਕਿਉਂਕਿ ਖੁਸ਼ ਜਾਂ ਚੰਗੀ ਖਬਰ ਸੁਣਨ ਤੇ ਲੋਕ ਪੈਸੇ ਵੀ ਜ਼ਿਆਦਾ ਦਿੰਦੇ ਨੇ ਔਰ ਆਪਣੇ ਆਪ ਨੂੰ ਭਾਂਜ ਲੁੱਟੇ ਜਾਣ ਤੋਂ ਬਾਅਦ ਫਿਰ ਚੀਕਾਂ ਵੀ ਮਾਰਦੇ ਨੇ। ਮਤਲਬ ਉਹ ਜਿਹੜਾ এনवायरमेंट ਉਹਦੀ ਮੈਂ ਟ੍ਰਾਈਂਗ ਟੂ ਆਸਕ। ਦੇਖੋ, ਦੋ ਤਰ੍ਹਾਂ ਦਾ ਕਲਾਇੰਟ ਹੈ। ਇੱਕ ਕਲਾਇੰਟ ਤੇ ਹੈ ਜਿਹੜਾ ਸ਼ਹਿਰੀ ਹੈ, ਉੱਥੇ ਪੜ੍ਹਿਆ ਲਿਖਿਆ ਜੀ, ਉਹਨੂੰ ਤੇ ਅਵੇਅਰਨੈਸ ਹੈਗੀ ਹੈ, ਉਹ ਤੇ ਸਮਝਦਾਰ, ਉਹ ਜਾਂਦਾ ਹੈ ਇਸ ਤਰ੍ਹਾਂ ਦੀ ਕੰਪਨੀਆਂ ਕੋ ਜਿਹੜੇ ਉਹਨੂੰ ਐਕਸਟਰਾ ਚਾਰਜ ਨਹੀਂ ਕਰਦੇ ਜੀ, ਔਰ ਉਹ ਥੋੜੀ ਆਪਣੀ ਛਾਣਬੀਨ ਕਰਕੇ ਆਂਦਾ ਜੀ। ਦੂਸਰੇ ਪਾਸੇ ਹੈ ਸਾਡਾ ਬਿਲਕੁਲ ਜਿਹੜਾ ਪੇਂਡੂ ਕਲਾਇੰਟ ਹੈ, ਜੀ, ਉਹ ਫਸ ਜਾਂਦਾ ਹੈ। ਉਹ ਅੱਜ ਵੀ ਝੂਠੇ ਉਹ ਕਹਿੰਦਾ ਵੀ ਮੈਨੂੰ ਵੀਜ਼ਾ ਦਵਾ ਦਿਓ, ਬਸ ਕਿਦਾਂ ਵੀ ਦਵਾ ਦਿਓ। ਹਾਂਜੀ, ਅੱਜ ਵੀ ਲੋਕੀ ਉੱਥੇ ਮਤਲਬ ਮੈਰਿਜਸ ਕਰਕੇ ਆਉਂਦੇ ਨੇ। ਤੁਸੀਂ ਦੇਖੋ ਅਗਰ ਇੰਡੀਆ ਦਾ ਨਿਊਜ਼ਪੇਪਰ ਤੇ ਅੱਜ ਵੀ ਉੱਥੇ ਐਡ ਆਉਂਦੀ ਹੈ ਵੀ ਆਇਲਟਸ ਵਾਲੀ ਕੁੜੀ ਚਾਹੀਦੀ ਹੈ। ਇਸ ਆਇਲਟਸ ਵਾਲੀ ਕੁੜੀ ਦੇ ਮਸਲੇ ਦੇ ਬਾਰੇ ਚ ਆਪਾਂ ਹਾਂਜੀ। ਖੁੱਲ ਕੇ ਗੱਲ ਕਰਾਂਗੇ ਅਗਲੇ ਉਹਦੇ ਵਿੱਚ। ਇਸ ਆਇਲਟਸ ਵਾਲੀ ਕੁੜੀ ਤੇ ਮੁੰਡੇ ਨੇ ਜਿਹੜੇ ਪੰਗੇ ਪਾਏ ਹੋਏ ਨੇ ਨਾ ਸਾਡੇ ਸਮਾਜ ਦੇ ਵਿੱਚ, ਇਹ ਬਹੁਤ ਜਾਣਨ ਵਾਲੇ ਨੇ। ਇਸੇ ਤਰ੍ਹਾਂ ਬਣਾਈ ਰੱਖਿਓ ਸਾਡੇ ਨਾਲ ਰਾਬਤਾ ਈਸਟ ਵੈਸਟ ਵਿਦ ਰੌਬੀ ਬੇਨੀਪਾਲ। ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਈਸਟ ਵੈਸਟ ਵਿਦ ਬੈਨੀਪਾਲ। ਇਸ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਗੱਲਬਾਤ ਕਰਦੇ ਹਾਂ ਆਈਲੈਟਸ ਦੀ। ਇਹ ਆਈਲੈਟਸ ਇਕੱਲੀ ਆਈਲੈਟਸ ਨਹੀਂ ਹੈ, ਇਹ ਆਈਲੈਟਸ ਦੇ ਬੜੇ ਵੱਡੇ ਪਵਾੜੇ ਨੇ। ਅਖਬਾਰ ਦੇ ਵਿੱਚ ਬੜੀਆਂ ਵੱਡੀਆਂ ਜਿਹੜੀਆਂ ਆਫਰਾਂ ਆਉਂਦੀਆਂ ਨੇਗੀਆਂ, ਉਹ ਆਫਰਾਂ ਕਿੱਦਾਂ ਆਉਂਦੀਆਂ? ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਏਜੰਟਸ ਦਾ ਉਹਦੇ ਵਿੱਚ ਕਿੰਨਾ ਕੁ ਹੱਥ ਆ? ਪੰਜਾਬ ਦੇ ਵਿੱਚ ਕੀ ਹੁੰਦਾ? ਅਖਬਾਰ ਪੜ੍ਹ ਕੇ ਕਿਸ ਦੇ ਚਿਹਰੇ ਤੇ ਪਹਿਲਾਂ ਖੁਸ਼ੀ ਆਉਂਦੀ ਆ ਤੇ ਬਾਅਦ ਦੇ ਵਿੱਚ ਫਿਰ ਉਹ ਕਈ ਵਾਰੀ ਉਦਾਸੀ ਦੇ ਵਿੱਚ ਵੀ ਛਾ ਜਾਂਦਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਨੇ ਰਾਕੇਸ਼ ਮਹਾਜਨ ਜੀ, ਜਿਹੜੇ ਕਿ ਇੱਥੋਂ
ਸਾਊਥ ਆਸਟ੍ਰੇਲੀਆ ਦੇ ਵਿੱਚ ਆਪਣੀ ਪ੍ਰੈਕਟਿਸ ਕਰਦੇ ਨੇ ਐਜ਼ ਅ ਮਾਈਗ੍ਰੇਸ਼ਨ ਏਜੰਟ। ਜੀ ਰਕੇਸ਼ ਜੀ, ਹਾਂਜੀ। ਆਈਲੈਟਸ ਜਿਹੜਾ ਹੈ ਚਾਹੇ ਹੁਣ ਪੀਟੀ ਹੋਣ ਲੱਗ ਗਿਆ ਹਾਂਜੀ, ਚਾਹੇ ਮਤਲਬ ਉਸ ਨੂੰ ਆਈਲੈਟਸ ਵਾਲੀ ਕੁੜੀ ਨਹੀਂ ਕਹਿੰਦੇ ਹੁੰਦੇ ਆਪਾਂ, ਕਿ ਇੱਕ ਟੈਗ ਆ ਕਿ ਆਈਲੈਟਸ ਵਾਲੀ ਕੁੜੀ ਲੱਭ ਲਓ। ਸੋ ਇਹ ਕਨਸੈਪਟ ਕਦੋਂ ਕੁ ਸ਼ੁਰੂ ਹੋਇਆ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਵਿੱਚ? ਇਹ ਕਨਸੈਪਟ ਨਵਾਂ ਨਹੀਂ ਜੀ, ਇਹ ਬਹੁਤ ਪੁਰਾਣਾ ਹੈ। ਕਿਉਂਕਿ ਉਹਨੂੰ ਆਪਾਂ ਇੰਡੀਆ 1+1 ਸਕੀਮ ਕਹਿੰਦੇ ਹੁੰਦੇ ਸੀਗੇ ਜੀ। ਤੇ ਅੱਛਾ, ਤੁਹਾਡੀ ਟੈਕਨੀਕਲ ਲੈਂਗੁਏਜ ਹਾਂਜੀ। ਸੀਗੀ ਮਾਈਗ੍ਰੇਸ਼ਨ ਏਜੰਟਸ ਦੀ। ਔਰ ਕੀ ਹੁੰਦਾ ਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਸਾਰੇ ਨਹੀਂ ਬਟ ਕਾਫੀ ਜਿਹੜੇ ਮੁੰਡੇ ਹੁੰਦੇ ਆ ਜੀ। ਉਹ ਥੋੜੇ ਘੱਟ ਪੜ੍ਹੇ ਲਿਖੇ ਹੁੰਦੇ ਆ, ਕਮਜ਼ੋਰ ਜੀ। ਹੁੰਦੇ ਨੇ। ਜੀ। ਈਵਨ ਜਦੋਂ ਆਇਲਸ ਸੈਂਟਰ 'ਚ ਜਾਂਦੇ ਸੀ, ਜਿਸ ਟਾਈਮ ਆਪਾਂ ਉੱਥੇ ਕੰਸਲਟੈਂਸੀ ਚਲਾਉਂਦੇ ਸੀ, ਤੇ ਸੋਚਦੇ ਸੀ ਵੀ ਜਿਹੜੀ ਲੜਕੀ ਥੋੜੀ ਤੇਜ਼ ਹੈ ਉਹਦੇ ਨਾਲ ਕੋਈ ਗੱਲਬਾਤ ਕਰ ਲਈਏ ਜੀ। ਤਾਂ ਕਿ ਉਹ ਲੈ ਜਾਵੇ ਉਹਨਾਂ ਨੂੰ ਤੇ ਉਹ ਫੁੱਲ ਟਾਈਮ ਕੰਮ ਕਰ ਸਕਣ ਤੇ ਉਹ ਪੜ੍ਹਾਈ ਕਰੀ ਜਾਵੇ। ਤੇ ਬਹੁਤ ਸਾਰੇ ਲੋਕਾਂ ਨੇ ਅਰੇਂਜ ਮੈਰਿਜਸ ਉਸ ਤਰ੍ਹਾਂ ਫਿਰ ਕੀਤੀਆਂ। ਤੇ ਮੈਨੂੰ ਅੱਜ ਵੀ ਯਾਦ ਹੈ, ਮੇਰੇ ਕਲਾਇੰਟ ਸੀਗੇ ਜੀ। ਮਤਲਬ ਸਾਡੇ ਕੋਲ ਕੀ ਸੀਗਾ ਵੀ ਲੜਕੀ ਦਾ ਰਿਜ਼ਿਊਮ ਆਂਦਾ ਸੀਗਾ ਜੀ। ਜਿਹੜਾ ਲੜਕੇ ਹੁੰਦੇ ਸੀ ਉਹਨਾਂ ਦੇ ਪੇਰੈਂਟਸ ਕਹਿੰਦੇ ਸੀ ਕਿ ਇਹ ਦੇਖੋ ਜੀ ਇਹ ਲੜਕੀ ਦਾ ਰਿਜ਼ਿਊਮ ਹੈ ਜੀ। ਕਿ ਇਹ ਕੀ ਕੁਆਲੀਫਾਈ ਕਰ ਜਾਏਗੀ, ਇਹਦਾ ਇੰਨਾ ਆਇਲਟਸ ਸਕੋਰ ਹੈ। ਤੇ ਮੇਰੇ ਕਲਾਇੰਟ ਸੀਗੇ ਮੈਨੂੰ ਆ ਕੇ ਕਹਿੰਦੇ ਨੇ ਕਿ ਉਹ ਜੀ ਲੜਕੀ ਆਇਲਟਸ ਕਰ ਰਹੀ ਸੀਗੀ ਤੇ ਉਹਨਾਂ ਨੇ ਕਿਹਾ ਵੀ ਸਗਨ ਲੈ ਲਓ। ਤੇ ਉਹ ਕਹਿੰਦੇ ਕਿ ਨਹੀਂ, ਮੈਂ ਉਹਨਾਂ ਨੂੰ ਕਿਹਾ ਕਿ ਜਦੋਂ ਉਹਦਾ 6 ਈਚ ਦਾ ਸਰਟੀਫਿਕੇਟ ਆ ਜਾਏਗਾ ਤੇ ਤੁਸੀਂ ਬਸ ਉਹ ਸਰਟੀਫਿਕੇਟ ਸਾਡੀ ਝੋਲੀ ਦੇ ਵਿੱਚ ਪਾ ਦੇਣਾ ਤੇ ਉਹੀ ਸਾਡਾ ਸਗਨ ਹੈ। ਉਹੀ ਸਾਡਾ ਤੇ ਮਤਲਬ ਕਿ ਵੈਲਿਊ ਬਹੁਤ ਕਰਦੇ। ਮੇਰੇ ਖਿਆਲ ਦੇ ਵਿੱਚ ਸਦਕੇ ਜਾਈਏ ਉਹਨਾਂ ਮੁਟਿਆਰਾਂ ਦੇ ਜਿਨ੍ਹਾਂ ਨੇ ਪੜ੍ਹਾਈ ਕੀਤੀ, ਜਿਨ੍ਹਾਂ ਨੇ ਸਿਰਫ ਧਿਆਨ ਪੜ੍ਹਾਈ 'ਚ ਹੀ ਰੱਖਿਆ ਔਰ ਬਹੁਤ ਜ਼ਿਆਦਾ ਪਰਸੈਂਟੇਜ ਆ ਉਹਨਾਂ ਦੀ। ਹਾਂਜੀ, ਬਿਲਕੁਲ ਜੀ। ਤੇ ਉਹਨਾਂ ਨੇ ਆਪਣੇ ਮਾਪਿਆਂ ਨੂੰ ਅਹਿਸਾਸ ਕਰਾਤਾ ਕਿ ਅਸੀਂ ਧੀਆਂ ਕਿਸੇ ਨਾਲੋਂ ਘੱਟ ਨਹੀਂ। ਔਰ ਇਸ ਦਾ ਪੋਜ਼ਿਟਿਵ ਪੱਖ ਇਹੀ ਹੈ ਕਿ ਆਈਲੈਟਸ ਵਾਲੇ ਇਸ ਕਨਸੈਪਟ ਨੇ ਬਹੁਤ ਸਾਰੀਆਂ ਧੀਆਂ ਜਿਹੜੀਆਂ ਕੁੱਖ ਦੇ ਵਿੱਚ ਹੀ ਮਰ ਜਾਣੀਆਂ ਸੀ ਉਹਨਾਂ ਨੂੰ ਬਚਾ ਦਿੱਤਾ। ਕਿਉਂਕਿ ਹੁਣ ਮਾਪਿਆਂ ਨੂੰ ਉਹ ਧੀ ਬੋਝ ਲੱਗਣੋਂ ਹਟ ਗਈ। ਉਹਨਾਂ ਨੂੰ ਲੱਗਣ ਲੱਗ ਗਿਆ ਕਿ ਇਸ ਨੂੰ ਜੇ ਚੰਗੇ ਤਰੀਕੇ ਨਾਲ ਪੜ੍ਹਾ ਲਵਾਂਗੇ, ਆਈਲੈਟਸ ਕਰਵਾ ਦੇਵਾਂਗੇ ਤਾਂ ਸਾਡੇ ਜਿਹੜੇ ਬਾਕੀ ਖਰਚੇ ਨੇ ਉਹ ਬਚ ਜਾਣਗੇ। ਸੋ ਬਟ ਇਸ ਪੂਰੇ ਕਨਸੈਪਟ ਦੇ ਵਿੱਚ ਜਦੋਂ ਲੋਕ ਤੁਹਾਡੇ ਕੋਲੇ ਆਉਂਦੇ ਸਨ, ਇਹ ਕਈ ਵਾਰੀ ਉਲਟਾ ਵੀ ਪੈ ਜਾਂਦਾ ਹੋਊਗਾ, ਕੁਝ ਇਦਾਂ ਦਾ ਵੀ ਹੋਏ ਇਨਸੀਡੈਂਟ? ਬਹੁਤ ਸਾਰੇ ਜੈਨੂਇਨ ਕੇਸ ਵੀ ਹੁੰਦੇ ਬਟ ਵਿੱਚੋਂ ਕੁਝ ਕੇਸਿਸ ਫਿਰ ਜਦੋਂ ਸਿਰਫ ਉਹ ਇੱਕ ਤਰ੍ਹਾਂ ਦੀ ਕੰਟਰੈਕਟ ਮੈਰਿਜ ਬਣ ਜਾਂਦੀ ਹੈ ਤੇ ਫਿਰ ਉਹਦੇ ਵਿੱਚ ਇੱਥੇ ਆ ਕੇ ਫਿਰ ਹੋਰ ਕਈ ਤਰ੍ਹਾਂ ਦੇ ਮਸਲੇ ਉਹ ਪੈ ਜਾਂਦੇ ਨੇ। ਫਿਰ ਇੱਥੇ ਆ ਕੇ ਜਦੋਂ ਖੁੱਲ੍ਹ ਮਿਲ ਜਾਂਦੀ, ਕਿਉਂਕਿ ਇੱਕ ਤਰ੍ਹਾਂ ਦੀ ਕੰਟਰੈਕਟ ਮੈਰਿਜ ਹੁੰਦੀ ਹੈ, ਤੇ ਇੱਥੇ ਆ ਕੇ ਫਿਰ ਜਦੋਂ ਉਹਨਾਂ ਨੂੰ ਆਜ਼ਾਦੀ ਦਾ ਅਹਿਸਾਸ ਹੁੰਦਾ ਹੈ ਤੇ ਫਿਰ ਕਈ ਤਰ੍ਹਾਂ ਦੇ ਡੋਮੈਸਟਿਕ ਵਾਇਲੈਂਸ ਦੇ ਮਸਲੇ ਸਾਹਮਣੇ ਆਉਂਦੇ ਨੇ, ਡਿਸਪਿਊਟਸ ਹੁੰਦੇ ਨੇ, ਫਿਰ ਡਿਵੋਰਸ ਹੁੰਦੇ ਨੇ, ਬਹੁਤ ਕੁਝ ਹੁੰਦਾ। ਅੱਛਾ, ਮੈਂ ਗੱਲ ਨੂੰ ਥੋੜਾ ਜਿਹਾ ਹੋਰ ਪਾਸੇ ਲੈ ਕੇ ਜਾਣਾ। ਤੁਹਾਡੀ ਇਸ ਪੂਰੀ ਗੱਲ ਦੇ ਵਿੱਚ ਇੱਕ ਤੁਸੀਂ ਮੈਨੂੰ ਗੱਲ ਕੀਤੀ ਹੈ ਕਿ ਆਜ਼ਾਦੀ ਦਾ ਅਹਿਸਾਸ ਹੁੰਦਾ, ਤੇ ਤੁਸੀਂ ਕਾਫੀ ਵੱਡੀ ਗੱਲ ਕਹਿ ਗਏ ਹੋ। ਪੰਜਾਬ ਦੇ ਵਿੱਚ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਕਿ ਕੀ ਪੰਜਾਬ ਦੇ ਵਿੱਚ ਰਹਿੰਦੇ, ਬਿਕੋਜ਼ ਤੁਸੀਂ ਪੰਜਾਬ 'ਚ ਵੀ ਰਹਿ ਕੇ ਆਏ ਹੋ, ਤੁਸੀਂ ਹੁਣ ਇੱਥੇ ਵੀ ਵਿਚਰ ਰਹੇ ਹੋ ਕਿੰਨੀ ਦੇਰ ਤੋਂ, ਪੰਜਾਬ ਦੇ ਵਿੱਚ ਰਹਿੰਦੇ ਜਿਹੜੇ ਲੋਕ ਨੇ ਜਾਂ ਬੱਚੇ ਨੇ, ਉਹ ਕਿਹੜੀ ਆਜ਼ਾਦੀ ਆ ਜਿਹੜੀ ਦਾ ਉਹਨਾਂ ਨੂੰ ਇੱਥੇ ਆ ਕੇ ਅਹਿਸਾਸ ਹੁੰਦਾ ਤੇ ਉੱਥੇ ਉਹ ਨਹੀਂ ਕਰ ਪਾਉਂਦੇ? ਉੱਥੇ ਪੇਰੈਂਟਸ ਨੂੰ ਜਵਾਬਦੇਹੀ ਹੁੰਦੀ ਹੈ ਕਿ ਤੁਸੀਂ ਕਿੰਨੇ ਵਜੇ ਵਾਪਸ ਆ ਰਹੇ ਜੇ ਘਰ, ਕਿੰਨੇ ਵਜੇ ਜਾ ਰਹੇ ਜੇ। ਇੱਥੇ ਆ ਕੇ ਤੁਹਾਨੂੰ ਇੱਕ ਖੁੱਲਾ ਮਾਹੌਲ ਮਿਲ ਜਾਂਦਾ, ਇੱਕਦਮ ਓਪਨ ਸੋਸਾਇਟੀ ਹੈ। ਸੋ ਕੋਈ ਕਿਸੇ ਨੂੰ ਨਹੀਂ ਪੁੱਛਦਾ ਵੀ ਤੁਸੀਂ ਕੀ ਕਰ ਰਹੇ ਹੋ ਜਾਂ ਕੀ ਤੁਸੀਂ ਕੱਪੜੇ ਪਾ ਰਹੇ ਹੋ, ਕਿੱਧਰ ਨੂੰ ਜਾ ਰਹੇ ਹੋ। ਤਾਂ ਉਹ ਇੱਕ ਫ੍ਰੀडम ਹਵਾ ਦੇ ਵਿੱਚ ਤੇ ਹੈਗੀ ਹੈ। ਸੋ ਇਹ ਜਿਹੜੀ ਫ੍ਰੀडम ਹਵਾ ਦੇ ਵਿੱਚ ਆ, ਮੈਨੂੰ ਇਹ ਜਿੱਥੋਂ ਤੱਕ ਲੱਗਦਾ, ਮੇਰੇ ਆਪਣੇ ਐਕਸਪੈਰੀਮੈਂਟ ਦੇ ਹਿਸਾਬ ਦੇ ਨਾਲ, ਐਕਸਪੀਰੀਅੰਸ ਦੇ ਹਿਸਾਬ ਨਾਲ, ਕਿ ਕਿਤੇ ਨਾ ਕਿਤੇ ਡਿਸੀਜਨ ਮੇਕਿੰਗ ਜਿਹੜਾ ਕੰਟਰੋਲ ਆ ਉਹ ਮਾਪਿਆਂ ਵੱਲੋਂ ਬੱਚਾ ਆਪਣੇ ਹੱਥ ਦੇ ਵਿੱਚ ਧੱਕੇ ਨਾਲ ਲੈ ਲੈਂਦਾ ਕਿਤੇ ਨਾ ਕਿਤੇ। ਔਰ ਜਿਹੜਾ ਉਹ ਡਿਸੀਜਨ ਮਾਪਿਆਂ ਵੱਲੋਂ ਲਿੱਤਾ ਗਿਆ ਹੁੰਦਾ ਉਹਨਾਂ ਵਾਸਤੇ, ਚਾਹੇ ਉਹ ਕੰਟਰੈਕਟ ਮੈਰਿਜ ਦਾ ਜਦੋਂ ਆਪਾਂ ਗੱਲ ਕਰਦੇ ਆ, ਤਾਂ ਉਹ ਆ ਕੇ ਬ੍ਰੇਕ ਡਾਊਨ ਹੁੰਦੀ ਹੈ ਇੱਥੇ। ਤੁਸੀਂ ਜਦੋਂ ਕਿਤੇ ਉਸ ਦੇ ਵਿੱਚ, ਜਦੋਂ ਕਿ ਭਾਵੇਂ ਤੁਸੀਂ ਸ਼ੁਰੂ ਦੇ ਵਿੱਚ ਉਹਦਾ ਪਾਰਟ ਨਹੀਂ ਹੁੰਦੇ, ਬਟ ਅਗੇਨ ਜਦੋਂ ਉਹ ਬ੍ਰੇਕ ਡਾਊਨ ਹੁੰਦਾ ਪੂਰਾ ਰਿਲੇਸ਼ਨਸ਼ਿਪ, ਉਦੋਂ ਕਿੱਦਾਂ ਦੀ ਸਮੱਸਿਆ ਪੈਦਾ ਹੁੰਦੀ ਹੈ ਔਰ ਉਹ ਕਿਹਨੂੰ ਭੁਗਤਣੀ ਪੈਂਦੀ ਹੈ ਔਰ ਤੁਹਾਡੇ ਤੇ ਉਸ ਦਾ ਕਿੰਨਾ ਕੁ ਬੁਰਾ ਪ੍ਰਭਾਵ ਪੈਂਦਾ? ਨਹੀਂ, ਉਦੋਂ ਫਿਰ ਸਾਡੇ ਕੋਲ ਆਉਂਦੇ ਨੇ ਲੋਕ ਜਦੋਂ ਡਿਸਪਿਊਟ ਪੈ ਜਾਂਦਾ ਹੈ, ਜਦੋਂ ਡੋਮੈਸਟਿਕ ਵਾਇਲੈਂਸ ਹੁੰਦਾ ਹੈ, ਫਿਰ ਉਹ ਆ ਕੇ ਸਾਨੂੰ ਪੁੱਛਦੇ ਨੇ ਵੀ ਮੈਂ ਆਪਣਾ ਇੰਡੀਪੈਂਡੈਂਟ ਵੀਜ਼ਾ ਕਿਸ ਤਰ੍ਹਾਂ ਕਰਾਂ, ਜਾਂ ਫਿਰ ਇਸੇ ਬੇਸਿਸ ਤੇ ਤੁਸੀਂ ਅਗਰ ਹੁਣ ਦੇਖੋਗੇ ਵੀ ਆਸਟ੍ਰੇਲੀਆ ਗਵਰਨਮੈਂਟ ਨੂੰ ਇਸ ਚੀਜ਼ ਦਾ ਅਹਿਸਾਸ ਹੈ ਬਹੁਤ ਅੱਛੀ ਤਰ੍ਹਾਂ, ਤੇ ਉਹਨਾਂ ਨੇ ਕਾਨੂੰਨ 'ਚ ਬਦਲਾਵ ਕੀਤੇ ਨੇ। ਉਹ ਇਹ ਜਾਣਨਾ ਚਾਹੁੰਦੇ ਨੇ ਵੀ ਜਦੋਂ ਕੋਈ ਮੈਰਿਡ ਕਪਲ ਸਟੂਡੈਂਟ ਵੀਜ਼ਾ ਲੈ ਕੇ ਆ ਰਿਹਾ ਜੀ, ਤੇ ਉਹਨਾਂ ਦੀ ਮੈਰਿਜ ਕਿੰਨੀ ਪੁਰਾਣੀ ਹੈ,
ਜੀ ਸਭ ਨੂੰ ਪਹਿਲਾਂ ਉਹਨਾਂ ਨੇ ਉਹ ਦੇਖਦੇ ਨੇ, ਹੂੰ ਇੰਟਰਵਿਊ ਕਰਦੇ, ਮਤਲਬ ਉਹ ਬਹੁਤ ਜ਼ਿਆਦਾ ਖੁਸ਼ ਨਹੀਂ ਹੈਗੇ ਮੈਰਿਡ ਕਪਲ behavior ਨੂੰ ਹੂੰ। ਲੈਣ ਦੇ ਵਿੱਚ, ਲੈਂਡ ਦੇ ਵਿੱਚ ਔਰ ਉਹਨਾਂ ਨੂੰ ਪਤਾ ਹੈ ਇਸ ਚੀਜ਼ ਦਾ ਬਹੁਤ ਅੱਛੀ ਤਰ੍ਹਾਂ ਕਿ ਉੱਥੇ ਫੇਕ ਮੈਰਿਜਸ ਨੇ। ਠੀਕ ਮੈਰਿਜ ਸਾਰੀਆਂ ਨਹੀਂ, ਵਿੱਚੋਂ ਬਹੁਤ ਸਾਰੇ ਜੈਨੂਇਨ ਲੋਕ ਵੀ ਹੈਗੇ ਨੇ, ਹਮ। ਉਹਨਾਂ 'ਚ ਕੋਈ ਪ੍ਰੋਬਲਮ ਨਹੀਂ ਹੈ, ਬਟ ਉਹ ਜਦੋਂ ਇੱਕ ਮੈਰਿਡ ਕਪਲ ਦਾ ਵੀਜ਼ਾ ਫਾਈਲ ਹੁੰਦਾ ਤੇ ਉਹਦੀ ਥੋੜੀ ਜੀ ਛਾਨਬੀਨ ਜ਼ਿਆਦਾ ਹੁੰਦੀ ਹੈ। ਹਾਂ ਅੱਛਾ, ਹੁਣ ਮੈਂ ਇੱਥੇ ਗੱਲ ਥੋੜੀ ਜੀ ਹੋਰ ਅੱਗੇ ਲੈ ਕੇ ਜਾਣਾ। ਤੁਸੀਂ ਮਾਈਗ੍ਰੇਸ਼ਨ ਏਜੰਟ ਹੋ, ਮਾਈਗ੍ਰੇਸ਼ਨ ਏਜੰਟ ਬਣਨਾ ਆਸਟ੍ਰੇਲੀਆ ਦੇ ਵਿੱਚ, ਚਾਹੇ ਉਹ ਇੰਡੀਆ ਤੋਂ ਵੀ ਬਣਦੇ ਹੋ, ਉਹ ਉਸ ਦੇ ਵਿੱਚ ਰਜਿਸਟਰ ਹੋਣਾ ਉਹ ਆਪਣਾ ਇੰਨਾ ਸੌਖਾ ਕੰਮ ਨਹੀਂ, ਹਾਂਜੀ, ਕਾਫੀ ਸਾਰੀਆਂ ਹਾਂਜੀ। ਓਬਲੀਗੇਸ਼ਨਸ ਨੇ, ਬਹੁਤ ਥੋੜ੍ਹੀਆਂ ਜ਼ਿਆਦਾ। ਲੀਗਲ ਓਬਲੀਗੇਸ਼ਨਸ ਨੇਗੀਆਂ। ਤਾਂ ਇਹ ਮਾਈਗ੍ਰੇਸ਼ਨ ਏਜੰਟ ਵਾਲਾ ਜਿਹੜਾ ਸੈਕਟਰ ਤੁਸੀਂ ਕੁਝ ਉੱਦਾਂ ਦੀ ਰਾਏ ਨਹੀਂ ਦੇ ਸਕਦੇ, ਤਾਂ ਇਸ ਪੂਰੇ ਜੋ ਤੁਹਾਡੀ ਰਿਸਪੌਂਸਿਬਿਲਿਟੀ ਹੈ, ਲੀਗਲ ਰਿਸਪੌਂਸਿਬਿਲਿਟੀ ਆ, ਇਸ ਨੂੰ ਮੇਨ ਮੁੱਖ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਇੰਡੀਆ ਦੇ ਵਿੱਚ ਆਫਿਸ ਆ ਉਹ ਵੀ ਇੰਪੈਕਟਡ ਹੁੰਦਾਗਾ ਜਦੋਂ ਇੰਡੀਆ ਦੇ ਵਿੱਚ ਇਦਾਂ ਦੇ ਕੇਸ ਹੁੰਦੇ ਨੇ, ਜਾਂ ਤੁਹਾਡੇ ਕੋਲ ਇਦਾਂ ਦੇ ਨੰਬਰ ਆਫ ਕੇਸ ਇਦਾਂ ਦੇ ਜ਼ਿਆਦਾ ਤੁਹਾਡੇ ਕੋਲੇ ਆਉਂਦੇ ਨੇਗੇ? ਤੁਹਾਨੂੰ ਕਿਤੇ ਕੁਝ ਇਦਾਂ ਦਾ ਹੈ ਕਿ ਇੱਕ ਬੱਚਾ ਜਿਹੜਾ ਤੁਹਾਡੇ ਕੋਲੇ ਆਇਆ, ਤੁਸੀਂ ਉਹਨਾਂ ਨੂੰ ਬੜੀ ਜੈਨੂਇਨ ਸ਼ੁਰੂ ਤੋਂ ਐਡਵਾਈਸ ਦੇ ਰਹੇ ਹੋ, ਤੇ ਕੱਲ ਨੂੰ ਉਹਨਾਂ ਦਾ ਡੋਮੈਸਟਿਕ ਵਾਇਲੈਂਸ ਹੋ ਜਾਂਦਾਗਾ ਤੇ ਉਹ ਜਾ ਕੇ ਅੱਗੇ ਸਟੇਟਮੈਂਟ ਇਦਾਂ ਦੀ ਦੇ ਦਿੰਦੇ ਨੇ ਕਿ ਜੀ ਸਾਨੂੰ ਤਾਂ ਉਹਨਾਂ ਨੇ ਕਿਹਾ ਸੀ ਕੁਝ ਇਦਾਂ ਦਾ, ਉਹਦੇ ਵਾਸਤੇ ਮਤਲਬ ਇਦਾਂ ਦੇ ਕੇਸ ਹੁੰਦੇ ਆ ਯੂਜ਼ਲੀ ਬਿਕਾਜ਼ ਨਹੀਂ ਇਸ ਤਰ੍ਹਾਂ ਦੇ, ਮਤਲਬ ਤੁਹਾਡਾ ਕਹਿਣ ਕਿ ਏਜੰਟ ਨੇ ਸਾਨੂੰ ਕਿਹਾ ਸੀ ਕੁਝ? ਹਾਂ ਕੁਝ ਇਦਾਂ ਦਾ ਬਲੇਮ ਗੇਮ ਜਿਹੜੀ ਲੋਕਾਂ ਵੱਲੋਂ ਹੁੰਦੀ ਹੈ, ਕਿਉਂਕਿ ਜਦੋਂ ਹੁਣ ਉਹਨਾਂ ਦਾ ਬ੍ਰੇਕਡਾਊਨ ਹੀ ਹੋ ਗਿਆ, ਹਾਂਜੀ ਹਾਂਜੀ, ਤਾਂ ਤੁਸੀਂ ਕਿੰਨੇ ਕੁ ਸੇਫ ਹੁੰਦੇ ਇਸ ਉਹਦੇ ਵਿੱਚ? ਨਹੀਂ ਆਪਾਂ ਉਹਦੇ ਵਿੱਚ ਇਨਵੋਲਵ ਹੁੰਦੇ ਹੀ ਨਹੀਂ, ਇਨਵੋਲਵ ਹੁੰਦੇ ਨਹੀਂ ਤੁਸੀਂ ਉਸ ਦੇ ਵਿੱਚ, ਕਿਉਂਕਿ ਕੋਈ ਮੈਰਿਜ ਕਰਕੇ ਆ ਰਿਹਾ ਤੇ ਆਪਾਂ ਤੇ ਮੇਕ ਸ਼ੋਰ ਕਰਦੇ ਹਾਂ ਕਿ ਉਹ ਜੈਨੂਇਨ ਹੋਵੇ। ਹਾਂ ਤਾਂ ਸਵਾਲ ਜਦੋਂ ਤੁਸੀਂ ਮਾਈਗ੍ਰੇਸ਼ਨ ਏਜੰਟ ਜਿੰਨੇ ਵੀ ਹੋ ਤੁਸੀਂ ਇਕੱਠੇ ਹੁੰਦੇ ਹੋਗੇ, ਜਿਹੜੇ ਕਿ ਹੋਰ ਡਿਫਰੈਂਟ ਕਲਚਰ ਬੈਕਗ੍ਰਾਉਂਡ ਤੋਂ ਵੀ ਹੁੰਦੇ ਨੇ, ਕੋਈ ਯੂਰਪ ਦੇ ਵਿੱਚੋਂ ਆ, ਹਾਂਜੀ। ਹੋਰ ਕਿਸੇ ਕਲਚਰ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਐਦਾਂ ਦੇ ਜਗਾੜੀ ਤਰੀਕੇ ਜਿਹਨਾਂ ਨੂੰ ਕਹਿ ਲਈਏ ਹੈਗੇ ਨੇ, ਉਹ ਇਸ ਅਪਰੋਚ ਕਰਦੇ ਨੇ? ਹਾਂਜੀ ਤਕਰੀਬਨ ਆਪਣਾ ਜਿਹੜਾ ਆਪਾਂ ਕਹਿ ਸਕਦੇ ਹਾਂ ਏਸ਼ੀਆ, ਇੰਡੀਆ, ਪਾਕਿਸਤਾਨ, ਨੇਪਾਲ, ਹਾਂ ਸੋ ਇਹ ਈਸਟ countries। ਦੇ ਵਿੱਚ ਥੋੜੀ ਈਸਟ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈਗੀ ਹੈ। ਸੋ ਚਾਈਨਾ ਕੇ ਸਾਥ ਤੱਕ ਤੁਸੀਂ ਉੱਥੋਂ ਦੇ, ਮੈਨੂੰ ਲੱਗਦਾ ਚਾਈਨਾ ਬਾਰੇ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ, ਜ਼ਰੂਰਤ ਵੀ ਨਹੀਂ ਹੈ ਮੇਰੇ ਖਿਆਲ, ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਕਰੰਸੀ ਆਲਮੋਸਟ, ਉਹਨਾਂ ਦਾ ਵੀਜ਼ਾ ਵੀ ਬਹੁਤ ਈਜ਼ੀ ਹੈ ਤੇ ਹਾਂ। ਸੋ ਇਹ ਜਿਹੜਾ ਇਸ ਨੂੰ ਤੁਸੀਂ ਇੱਕ ਬੁਰਾਈ ਮੰਨਦੇ ਹੋ ਸਾਡੇ ਸਮਾਜ ਦੀ, ਜਾਂ ਇਸ ਨੂੰ ਇਹ ਹੈ ਕਿ ਇੱਕ ਸਮਾਰਟ ਵੇ ਆਫ ਵਰਕ ਹੈਗਾ, ਜਿੱਥੇ ਇੱਕ ਪਰਸਨ ਆ ਜਿਹੜਾ ਉਹ ਆ ਕੇ ਇੱਥੇ ਕੰਮ ਕਰਦਾ ਤੇ ਦੂਜਾ ਪੜ੍ਹਾਈ ਕਰ ਲੈਂਦਾ ਹੈਗਾ ਸੌਖੇ ਤਰੀਕੇ ਨਾਲ? ਚਲੋ ਜੇ ਤੇ ਦੇਖੋ ਜੀ ਉਹ ਜੈਨੂਇਨ ਨੇ ਤੇ ਉਹ ਇੱਕ ਬੜਾ ਅੱਛਾ ਟੀਮ ਵਰਕ ਹੈ। ਅੱਛਾ ਕਿ ਚਲੋ ਇੱਕ ਬੰਦਾ ਪੜ੍ਹਾਈ ਕਰ ਲੈਂਦਾ ਤੇ ਦੂਸਰਾ ਬੰਦਾ ਉਹਨੂੰ ਸਪੋਰਟ ਕਰ ਲੈਂਦਾ ਫਾਈਨੈਂਸ਼ੀਅਲੀ ਤੇ ਪੀਆਰ ਹੋ ਜਾਂਦੀ ਹੈ, ਵੈਰੀ ਗੁੱਡ। ਬਟ ਜੇ ਉਹ ਕੰਟਰੈਕਟ ਮੈਨੇਜ ਆ, ਸਿਰਫ ਉਹਨਾਂ ਨੇ ਪੀਆਰ ਲੈਣ ਵਾਸਤੇ ਹੀ ਕੀਤੀ, ਤੇ ਮੈਂ ਬਹੁਤੇ ਕੇਸਾਂ 'ਚ ਦੇਖਿਆ ਕਿ ਉਹ ਪੀਆਰ ਤੱਕ ਪਹੁੰਚਦੇ ਹੀ ਨਹੀਂ, ਉਹ ਪਹਿਲੇ ਹੀ ਬ੍ਰੇਕਡਾਊਨ। ਸੋ ਐਡਵਾਈਸ ਇਹੀ ਰਹੂਗੀ ਜੀ, ਤੁਸੀਂ ਚਾਹੇ ਸਾਨੂੰ ਯੂਐਸ ਦੇ ਵਿੱਚ ਬੈਠੇ ਦੇਖ ਰਹੇ ਹੋ, ਚਾਹੇ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਦੇਖ ਰਹੇ ਹੋ, ਇਹ ਰਸਤਾ ਕੋਈ ਬੜਾ ਵਧੀਆ ਨਹੀਂ ਹੈ। ਮੈਨੂੰ ਇਹ ਲੱਗਦਾ ਕਿ ਇੱਕ ਕਾਈਂਡ ਆਫ ਕਿ ਸਾਨੂੰ ਲੱਗਦਾ ਕਿ ਵੀ ਹਾਂ ਯਾਰ ਆਹ ਰਸਤਾ ਮ੍ਰਿਗ ਤ੍ਰਿਸ਼ਨਾ ਹੋ ਗਈ ਯਾਰ, ਇੱਥੇ ਜਲਦੀ ਆ, ਸ਼ਾਰਟਕਟ ਲੱਗਦਾ ਹੁੰਦਾ, ਪਰ ਜੇ ਮੇਰੇ ਵਰਗੇ ਨੂੰ ਕਿਸੇ ਨੂੰ ਆਈਲੈਟਸ ਦੇ ਵਿੱਚ ਬੈਂਡ ਹੀ ਨਾ ਆਉਂਦੇ ਹੋਣ ਤੇ ਉਦਾਂ ਵੀ ਹਿਸਾਬ ਕਿਤਾਬ ਸੈੱਟ ਨਾ ਹੁੰਦਾ, ਤਾਂ ਫਿਰ ਬੰਦਾ ਕਰੇ ਤਾਂ ਕੀ ਕਰੇ? ਜੈਨੂਇਨ ਮੈਰਿਜ ਕਰ ਲਵੇ। ਅੱਛਾ, ਤੇ ਜੇ ਉਧਰ ਮਤਲਬ ਕੋਈ ਤਰੀਕੇ ਜਿਹੜੇ ਚਲੋ ਮੈਰਿਜ ਵਾਲੀ ਸਾਈਡ ਤੇ ਨਹੀਂ ਉਹ ਬਣਦਾ, ਤਾਂ ਹੋਰ ਕੋਈ ਤਰੀਕਾ ਵੀ ਹੈ ਵੀ ਜੇ ਆਸਟ੍ਰੇਲੀਆ 'ਚ ਵੜਨ ਦਾ? ਦੇਖੋ ਜੀ ਆਸਟ੍ਰੇਲੀਆ ਤੇ ਤੁਹਾਡੀ ਕੁਆਲੀਫਿਕੇਸ਼ਨ ਤੇ ਤੁਹਾਡੀ ਇੰਗਲਿਸ਼ ਦੇ ਉੱਪਰ ਹੀ ਤੁਹਾਨੂੰ ਵੀਜ਼ਾ ਦਿੰਦਾ ਹੈ। ਅੱਛਾ, ਤੁਸੀਂ ਇੰਡੀਆ ਦੇ ਵਿੱਚ ਯੂਐਸ ਨਾਲ ਵੀ ਤੇ ਕੈਨੇਡਾ ਦੇ ਨਾਲ ਵੀ ਤੇ ਇੰਗਲੈਂਡ ਦੇ ਨਾਲ ਵੀ ਤੁਸੀਂ ਡੀਲ ਕਰਦੇ ਸੀ। ਹਾਂਜੀ, ਤੁਸੀਂ ਇਹਨਾਂ ਨੂੰ ਜੇ ਅੱਜ ਦੀ ਡੇਟ ਦੇ ਵਿੱਚ ਕਰੰਟਲੀ ਵੀ ਤੁਸੀਂ ਵਰਕ ਕਰ ਰਹੇ ਹੋ ਉਸ ਪੂਰੇ ਪ੍ਰੋਸੈਸ ਦੇ ਵਿੱਚ ਕੰਪੈਰੀਜ਼ਨ ਕਰੋ, ਤਾਂ ਜਿਹੜਾ ਵੀਜ਼ਾ ਪ੍ਰੋਸੈਸ ਆ ਜਾਂ ਸਾਰੀਆਂ ਚੀਜ਼ਾਂ ਕਿੱਥੇ ਖੜਾ ਆਸਟ੍ਰੇਲੀਆ ਇਸ ਵੇਲੇ ਦੀ ਕਾਫੀ ਪੋਜੀਸ਼ਨ ਟਾਈਟ ਹੈ, ਖਾਸ ਕਰਕੇ ਸਾਡੇ ਸਬ ਕੰਟੀਨੈਂਟ ਵਾਸਤੇ ਜੀ, ਬਟ ਹੋ ਜਾਏਗਾ ਆਉਣ ਵਾਲੇ ਟਾਈਮ ਤੇ ਸਹੀ। ਮੈਨੂੰ ਲੱਗਦਾ ਵੀ ਨੈਕਸਟ ਈਅਰ ਮਿਡ ਈਅਰ ਜਦੋਂ ਕੋਵਿਡ ਬੈਕ ਟੂ ਨਾਰਮਲ ਹੋਏਗਾ, ਕਿਉਂਕਿ ਇਕਨੋਮੀ ਬਹੁਤ ਸਫਰ ਕਰ ਰਹੀ ਹੈ ਜੀ, ਤੇ ਮੈਨੂੰ ਲੱਗਦਾ ਵੀ ਕਾਫੀ ਸਾਰੇ ਵੀਜ਼ਾਸ ਗ੍ਰਾਂਟ ਹੋਣਗੇ ਫਿਊਚਰ ਦੇ ਵਿੱਚ ਨੈਕਸਟ ਈਅਰ ਜੀ। ਸੋ ਮਤਲਬ ਇੰਡੀਆ ਬੈਠਿਆਂ ਨੂੰ ਆਈਲੈਟਸ ਕਰਕੇ ਰੱਖਣੀ ਚਾਹੀਦੀ ਹੈ। 7 ਬੈਂਡ ਕਿੱਥੇ ਤੱਕ ਚਲਾਓਗੇ? ਡਿਪੈਂਡ ਕਰਦਾ ਉਹਨਾਂ ਨੇ ਕਿਹੜਾ ਕੋਰਸ ਕਰਨਾ ਹੈ ਜੀ। ਅਗਰ ਉਹ ਇੱਕ ਆਮ ਕੋਰਸ ਕਰ ਰਹੇ ਆ, ਮਤਲਬ ਆਰਟਸ ਜਾਂ ਆਈਟੀ ਜਾਂ ਬਿਜ਼ਨਸ, ਤੇ 6 ਈਚ, ਪਰ ਜੇ ਉਹਨਾਂ ਨੇ ਸਾਇੰਸ ਨੂੰ ਟਾਰਗੇਟ ਕਰਨਾ ਹੈ, ਸਪੈਸ਼ਲੀ ਨਰਸਿੰਗ ਨੂੰ, ਤੇ 7 ਈਚ ਤੱਕ ਦੀ ਰਿਕਾਰਡ। ਤੇ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਜੇ ਆਸਟ੍ਰੇਲੀਆ ਜਾਓਗੇ ਤਾਂ ਜੀ ਸਟੂਡੈਂਟ ਵੀਜ਼ੇ ਤੇ ਨਾ ਜਾਓ, ਦੂਸਰੇ ਵੀਜ਼ੇ ਤੇ ਜਾਓ,
ਤਾਂ ਸਟੂਡੈਂਟ ਤੇ ਵੀਜ਼ੇ ਵਾਲੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਇੱਥੇ, ਜਾਂ ਪੈਸੇ ਨਹੀਂ ਕਮਾ ਪਾਉਂਦਾ, ਜਾਂ ਪੀਆਰ ਨਹੀਂ ਮਿਲਦੀ, ਕੀ ਆ ਉਹਦੇ ਪਿੱਛੇ ਡਰ ਕੀ ਆ ਅਸਲ 'ਚ? ਨਹੀਂ ਦੇਖੋ, ਹਰ ਬੰਦਾ ਕੁਆਲੀਫਾਈ ਨਹੀਂ ਕਰਦਾ ਸਕਿਲਡ ਮਾਈਗ੍ਰੇਸ਼ਨ ਲਈ ਨਾ, ਤੇ ਉਹਦੇ ਕੋਲ ਪਾਥਵੇ ਸਟੂਡੈਂਟ ਦਾ ਹੀ ਹੈ। ਇਸ ਤਰ੍ਹਾਂ ਦਾ ਕੁਝ ਨਹੀਂ, ਜਿਹੜੇ ਸਟੂਡੈਂਟ ਸ਼ੁਰੂ ਤੋਂ ਹੀ ਮਿਹਨਤ ਕਰਦੇ ਨੇ, ਆਪਣਾ ਧਿਆਨ ਰੱਖਦੇ ਨੇ ਵੀ ਉਹ ਇੰਗਲਿਸ਼ ਤੇ ਫੋਕਸ ਕਰਨ ਔਰ ਪੜ੍ਹਾਈ ਢੰਗ ਨਾਲ ਕਰਨ, ਤੇ ਆਸਟ੍ਰੇਲੀਅਨ ਗਵਰਨਮੈਂਟ ਤੁਹਾਨੂੰ ਓਪਰਚੁਨਿਟੀ ਦਿੰਦੀ ਹੈ ਕਿ ਤੁਸੀਂ ਪੀਆਰ ਲੈ ਲਓ, ਕਿਉਂਕਿ ਪੜ੍ਹਾਈ ਤੋਂ ਬਾਅਦ ਤੁਹਾਨੂੰ 2 ਤੋਂ 3 ਸਾਲ ਦਾ ਪੋਸਟ ਸਟੱਡੀ ਵੀਜ਼ਾ ਦਿੰਦੇ ਨੇ, ਜਿਹਦੇ ਤੁਸੀਂ ਆਪਣੀ ਤਿਆਰੀ ਕਰਕੇ ਤੇ ਪੀਆਰ ਲੈ ਸਕਦੇ ਹੋ। ਵਾਈ ਆਸਟ੍ਰੇਲੀਆ ਹੀ ਕਿਉਂ ਆਈਏ ਸੀ? ਦੇਖੋ, ਮੈਂ ਖੁਦ ਆਸਟ੍ਰੇਲੀਆ ਆਇਆ ਜੀ, ਸੋ ਮੈਂ ਤਕਰੀਬਨ ਕਾਫੀ ਟਰੈਵਲ ਕੀਤਾ ਜਦੋਂ ਆਪਾਂ ਇਸ ਇੰਡਸਟਰੀ ਸੀਗੇ ਜੀ। ਸੋ ਆਸਟ੍ਰੇਲੀਆ ਨੰਬਰ 1 ਵੀ ਕ੍ਰਾਈਮ, ਜੀ ਤੁਸੀਂ ਯੂਐਸ ਨਾਲ ਕੰਪੇਅਰ ਕਰੋ ਤੇ ਗਨ ਲਾਜ਼ ਕਿੰਨੇ ਸਟ੍ਰਿਕਟ ਨੇ। ਜੀ। ਨੰਬਰ 2 ਸਾਡਾ ਹੈਲਥ ਕੇਅਰ ਸਿਸਟਮ, ਬੈਸਟ ਮੈਡੀਕੇਅਰ ਵਨ ਆਫ ਦਾ ਬੈਸਟ ਹੈਲਥ ਕੇਅਰ ਸਿਸਟਮ ਇਨ ਦਾ ਜੀ, ਵਰਲਡ। ਜੀ। ਯੂਐਸ ਦੇ ਵਿੱਚ ਅੱਜ ਵੀ ਤੁਹਾਨੂੰ ਹੈਲਥ ਇੰਸ਼ੋਰੈਂਸ ਰੱਖਣੀ ਪੈਂਦੀ ਹੈ, ਜੀ। ਔਰ ਰਿਸੋਰਸਿਸ ਬਹੁਤ ਜ਼ਿਆਦਾ ਨੇ ਕੰਟਰੀ ਕੋ, ਜੀ। ਔਰ ਤੁਸੀਂ ਕੰਪੇਅਰ ਕਰੋ ਕੋਵਿਡ ਨੂੰ ਜੀ। ਤੇ ਆਸਟ੍ਰੇਲੀਆ ਨੇ ਵਨ ਆਫ ਦਾ ਬੈਸਟ ਕੰਟਰੀ ਕਹਿ ਸਕਦੇ ਹਾਂ ਕੋਵਿਡ ਉਹਨਾਂ ਨੇ ਮੈਨੇਜ ਕੀਤਾ। ਮਤਲਬ ਜੀ। ਤੁਸੀਂ ਦੇਖੋ ਕਿੰਨਾ ਸਵਿਫਟ ਐਕਸ਼ਨ ਲਿਆ, ਜੀ। ਔਰ ਯੂਐਸ ਤੁਸੀਂ ਅੱਜ ਦੇਖ ਰਹੇ ਹੋ ਮਿਲੀਅਨਸ ਦੇ ਵਿੱਚ ਕੇਸਿਸ ਨੇ। ਜੀ। ਤਾਂ ਆਈ ਹੋਪ ਕਿ ਵਧੀਆ ਹੈ ਆਸਟ੍ਰੇਲੀਆ ਡੈਫੀਨਿਟਲੀ। ਬਿਲਕੁਲ ਜੀ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ ਦੋਸਤੋ। ਇਸ ਤੋਂ ਬਾਅਦ ਜਾਣਾਂਗੇ ਕਿ ਕਿਹੜੇ-ਕਿਹੜੇ ਵੀਜ਼ੇ ਨੇ ਜਿਹੜੇ ਤੁਹਾਡੇ ਲਈ ਲਾਹੇਵੰਦ ਹੋ ਸਕਦੇ ਆ ਆਸਟ੍ਰੇਲੀਆ ਆਉਣ ਵਾਸਤੇ, ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਉਣ ਵਾਸਤੇ। ਔਰ ਉਸ ਤੋਂ ਬਾਅਦ ਉਹ ਜੇ ਇਕੱਲੇ ਇੱਥੇ ਆਉਂਦੇ ਨੇ ਤਾਂ ਕਿਸ ਤਰ੍ਹਾਂ ਉਹਨਾਂ ਦਾ ਸਰਵਾਈਵਲ ਸ਼ੁਰੂ ਦੇ ਵਿੱਚ ਹੋ ਸਕਦਾ। ਬਹੁਤ ਹੀ ਕੀਮਤੀ ਗੱਲਾਂ ਬਾਤਾਂ ਨੇ। ਇਸੇ ਤਰ੍ਹਾਂ ਹੀ ਸਾਡੇ ਨਾਲ ਰਾਬਤਾ ਬਣਾਈ ਰੱਖੋ। ਈਸਟ ਵੈਸਟ ਵਿਦ ਬੇਨੀਪਾਲ ਅਗਲੇ ਸੈਗਮੈਂਟ ਦੇ ਵਿੱਚ ਫਿਰ ਤੁਹਾਡੇ ਨਾਲ ਬਣਾਉਣੇ ਆ ਜੀ ਰਾਬਤਾ। ਤਦ ਤੱਕ ਇਸੇ ਤਰ੍ਹਾਂ ਹੀ ਜੁੜੇ ਰਹੋ ਸਾਡੇ ਨਾਲ। ਵੈਲਕਮ ਬੈਕ ਜੀ। ਈਸਟ ਵੈਸਟ ਵਿਦ ਬੈਨੀਪਾਲ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਕਰਦਾ। ਮੈਂ ਤੁਹਾਡਾ ਆਪਣਾ ਰੋਬੀ ਬੈਨੀਪਾਲ, ਤੇ ਮੇਰੇ ਨਾਲ ਨੇ ਰਾਕੇਸ਼ ਮਹਾਜਨ ਜੀ, ਜਿਹੜੇ ਕਿ ਇੱਥੇ ਮਾਰਾ ਏਜੰਟ ਨੇ, ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਆਪਣੀ ਪ੍ਰੈਕਟਿਸ ਕਰਦੇ ਨੇ। ਸਾਊਥ ਆਸਟ੍ਰੇਲੀਆ ਦੇ ਵਿੱਚ ਸਰਵ ਕਰਦੇ ਨੇ ਦੁਨੀਆ 'ਚ ਵੱਸਦੇ ਸਾਰੇ ਪੰਜਾਬੀਆਂ ਨੂੰ ਤੇ ਭਾਰਤੀਆਂ ਨੂੰ ਤੇ ਹੋਰ ਕਮਿਊਨਿਟੀਜ਼ ਦੇ ਲੋਕਾਂ ਨੂੰ ਵੀ। ਜਦੋਂ ਮੈਂ ਕਿਹਾ ਹੋਰ ਕਮਿਊਨਿਟੀਜ਼ ਦੇ ਲੋਕਾਂ ਨੂੰ, ਰਾਕੇਸ਼ ਜੀ, ਤੁਹਾਡੇ ਕੋਲ ਕਿੰਨੇ % ਕਲਾਇੰਟੇਜ ਆ ਜਿਹੜਾ ਹੋਰ ਕਲਚਰ ਬੈਕਗ੍ਰਾਉਂਡ ਤੋਂ? ਦੇਖੋ ਜੀ, ਐਡਲੇਡ ਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦਾ ਕਲਾਇੰਟ ਹੈ। ਆਪਾਂ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਬੰਗਲਾਦੇਸ਼, ਮੇਰੇ ਕੋਲ ਇਸ ਲਈ ਸਾਊਥ ਅਫਰੀਕਾ ਬਹੁਤ ਕਲਾਇੰਟ ਹੈ। ਸੋ ਮਲਟੀ ਕਲਚਰਲ ਕਹਿ ਸਕਦੇ ਹਾਂ ਜੀ। ਸਾਡੇ ਕੋਲ ਸਟਾਫ ਵੀ ਮਲਟੀ ਕਲਚਰਲ ਹੈ। ਇੱਥੋਂ ਦੀ ਲੋਕਲ ਗਵਰਨਮੈਂਟ ਆ ਜਿਹੜੀ, ਜਦੋਂ ਮੈਂ ਤੁਹਾਡੇ ਵਾਲੀ ਸਾਈਡ ਦੀ ਗੱਲ ਕਰਾਂ, ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਆ ਜਾਂ ਸਟੇਟ ਗਵਰਨਮੈਂਟ ਆ, ਉਹ ਤੁਹਾਨੂੰ ਕਿੰਨੀ ਕੁ ਸਪੋਰਟ ਕਰਦੀ ਆ? ਬਿਕੋਜ਼ ਓਬਵੀਅਸਲੀ ਤੁਸੀਂ ਬਿਜ਼ਨਸ ਵੀ ਤਾਂ ਲੈ ਕੇ ਆ ਰਹੇ ਹੋ, ਹਾਂਜੀ, ਸਪੋਰਟ ਕਰ ਰਹੇ ਹੋ, ਤਾਂ ਉਹਦੀ ਸਪੋਰਟ ਨੂੰ ਕਿੱਥੇ ਦੇਖ ਰਹੇ ਹੋ? ਆਪ ਦੇਖੋ, ਮਾਈਗ੍ਰੇਸ਼ਨ ਬਹੁਤ ਵੱਡੀ ਇੰਡਸਟਰੀ ਆਸਟ੍ਰੇਲੀਆ ਦੀ ਜੀ, ਬਹੁਤ ਮੇਜਰ ਪਾਰਟ ਹੈ ਇਕਨੋਮੀ ਦਾ ਜੀ। ਤਕਰੀਬਨ ਆਸਟ੍ਰੇਲੀਆ ਦੀ ਕੋਸ਼ਿਸ਼, ਮਤਲਬ ਜੇ ਆਪਾਂ ਬਰਥ ਤੇ ਡੈਥ ਰੇਟ ਜਿਹੜਾ ਗੈਪ ਹੈ ਲੇਬਰ ਦਾ, ਤਕਰੀਬਨ 2 ਲੱਖ ਬੰਦਾ ਸ਼ਾਰਟ ਹੁੰਦਾ ਹਰ ਸਾਲ। ਸੋ ਆਸਟ੍ਰੇਲੀਆ ਨੂੰ ਹਰ ਸਾਲ 2 ਲੱਖ ਲੋਕਾਂ ਦੀ ਲੋੜ ਹੈ ਜੀ, ਚਾਹੇ ਉਹ ਪਰਮਨੈਂਟ ਵੀਜ਼ਾਸ ਤੇ ਹੋਣ ਜਾਂ ਟੈਂਪਰੇਰੀ ਵੀਜ਼ਾਸ ਤੇ ਹੋਣ। ਸੋ ਗਵਰਨਮੈਂਟ ਕਦੀ ਵੀ ਮਾਈਗ੍ਰੇਸ਼ਨ ਨੂੰ ਇਗਨੋਰ ਨਹੀਂ ਕਰ ਸਕਦੀ ਜੀ। ਸੋ ਜਿਹੜੇ ਸਟੂਡੈਂਟ ਵੀਜ਼ੇ ਦਾ ਜਿਹੜਾ ਕਨਸੈਪਟ ਆ, ਉਹ ਬਹੁਤ ਸਾਰਾ ਲੋਕਾਂ ਨੂੰ ਜਾਂ ਸਾਡੇ ਦੇਖਣ ਵਾਲਿਆਂ ਨੂੰ ਈਜ਼ੀ ਸਮਝ ਆਉਂਦਾ ਹੈਗਾ। ਹਾਂਜੀ, ਬਿਲਕੁਲ, ਕਿ ਇੱਕ ਸਟੱਡੀ ਕਰੋ, ਆਈਲੈਟਸ ਕਰੋ, ਬਾਕੀ ਤੇ ਉਸ ਤੋਂ ਇਲਾਵਾ ਕਈ ਵਾਰੀ ਕੀ ਹੁੰਦਾ ਹੈਗਾ ਕਿ ਕੋਈ ਪਰਸਨ ਆ, ਉਹ ਕਿਸੇ ਐਦਾਂ ਦੀ ਜੌਬ ਦੇ ਵਿੱਚ, ਐਦਾਂ ਦੇ ਕੰਮ ਦੇ ਵਿੱਚ ਲੱਗਿਆ ਹੋਇਆ,
ਉਹ ਕੁਆਲੀਫਾਈ ਕਰਦਾ ਆਪਣੇ ਆਪ ਨੂੰ ਪਰਮਨੈਂਟ ਜਾਂ ਟੈਂਪਰੇਰੀ ਵੀਜ਼ੇ ਵਾਸਤੇ। ਹਾਂਜੀ। ਉਹ ਆਇਡੈਂਟੀਫਿਕੇਸ਼ਨ ਕਰਨ ਦੇ ਕਿਹੜੇ-ਕਿਹੜੇ ਟੂਲ ਨੇਗੇ ਜਿੱਥੋਂ ਉਹਨੂੰ ਪਤਾ ਲੱਗ ਸਕੇ ਯਾਰ ਮੈਂ ਤਾਂ ਮਤਲਬ ਸਿੱਧੇ ਜਾ ਸਕਦਾ ਸੀਗਾ। ਦੇਖੋ ਜੀ, ਦੂਸਰੀ ਸਭ ਤੋਂ ਵੱਡੀ ਮਾਈਗ੍ਰੇਸ਼ਨ ਜਿਹੜੀ ਹੈ ਉਹ ਸਕਿਲਡ ਮਾਈਗ੍ਰੇਸ਼ਨ ਆਪਾਂ ਕਹਿ ਦਿੰਦੇ ਜੀ। ਸੋ ਆਸਟ੍ਰੇਲੀਆ ਨੇ ਆਪਣੀਆਂ ਲਿਸਟਾਂ ਜਾਰੀ ਕੀਤੀਆਂ ਹੋਈਆਂ ਨੇ, ਜਿਹੜੀ ਇੱਕ ਮੀਡੀਅਮ ਐਂਡ ਲੌਂਗ ਟਰਮ ਲਿਸਟ ਹੈ ਵੀ ਕਿਹੜੇ ਕਿੱਤੇ ਨੇ ਜਿਹੜੇ ਲੰਬੇ ਸਮੇਂ ਤੱਕ ਡਿਮਾਂਡ 'ਚ ਰਹਿਣਗੇ, ਤੇ ਇੱਕ ਸ਼ਾਰਟ ਟਰਮ ਲਿਸਟ ਹੈ ਜੀ। ਉਸ ਤੋਂ ਬਾਅਦ ਫਿਰ ਇੱਕ ਰੀਜਨਲ ਲਿਸਟ ਹੈ। ਸੋ ਅਗਰ ਕੋਈ ਬੰਦਾ ਉਹਦੇ ਵਿੱਚ ਕੁਆਲੀਫਾਈ ਕਰਦਾ, ਉਹਦੇ ਕੋਲ ਐਕਸਪੀਰੀਅੰਸ ਹੈ, ਉਹਦੇ ਕੋਲ ਕੁਆਲੀਫਿਕੇਸ਼ਨ ਹੈ, ਤਾਂ ਇਹ ਇੱਕ ਪੁਆਇੰਟ ਬੇਸ ਸਿਸਟਮ ਹੈ ਜਿਹੜਾ ਸਕਿਲਡ ਮਾਈਗ੍ਰੇਸ਼ਨ ਹੈ, ਉਹਦੇ ਵਿੱਚ ਵੀ ਆਪਾਂ ਡੀਲ ਕਰਦੇ ਹਾਂ। ਆ ਮੋਟਾ ਜਿਹਾ ਦੇਸੀ ਜਿਹੇ ਤਰੀਕੇ ਨਾਲ ਸਾਨੂੰ ਦੱਸੋ ਵੀ ਜੇ ਬੰਦਾ ਕੋਈ ਆਈਟੀ ਕਰਦਾਗਾ, ਆਈਟੀ ਉਹ ਬਿਲਡਿੰਗ ਕਰਦਾ, ਹਾਂਜੀ, ਪੰਜਾਬ ਦੇ ਵਿੱਚ ਉਹਨੇ ਸਿੱਖ ਲਈ ਬਿਲਡਿੰਗ, ਹੁਣ ਉਹ ਕਿਤੇ ਆ ਸਕਦਾ ਇੱਥੇ? ਉਹਨਾਂ ਨੇ ਦੇਖਣਾ 3 ਚੀਜ਼ਾਂ, ਬੰਦੇ ਦੀ ਏਜ, ਉਹਦੀ ਪੜ੍ਹਾਈ ਲਿਖਾਈ, ਉਹਦਾ ਐਕਸਪੀਰੀਅੰਸ ਤੇ ਉਹਦੀ ਅੰਗਰੇਜ਼ੀ। ਜੇ ਉਹ ਇਹ ਸਾਰੀਆਂ ਚੀਜ਼ਾਂ ਉਹਦੇ ਕੋਲ ਹੈਗੀਆਂ ਤੇ ਫਿਰ ਡਿਪੈਂਡ ਕਰੇਗਾ ਵੀ ਉਸ ਕਿੱਤੇ ਦੇ ਵਿੱਚ ਕੰਪੀਟੀਸ਼ਨ ਕਿੰਨਾ, ਉਹਦੇ ਮੁਤਾਬਕ। ਪਰ ਜੇ ਤੁਸੀਂ ਕਹੋ ਵੀ ਉੱਥੇ ਬੰਦਾ ਵੈਲਡਿੰਗ ਕਰਦਾ ਤੇ 10ਵੀਂ ਪੜ੍ਹਿਆ, ਤੇ ਉਹ ਤੇ ਕਿਸੇ ਹਾਲ 'ਚ ਨਹੀਂ ਆ ਸਕਦਾ ਕਦੇ ਵੀ। ਜੇ ਤੁਸੀਂ ਕਹੋ ਵੀ ਉਹਨੇ ਡਿਪਲੋਮਾ ਕੀਤਾ ਹੈ, ਉਹਦੇ ਕੋਲ ਐਕਸਪੀਰੀਅੰਸ ਹੈ, ਉਹਦੇ ਕੋਲ ਅੰਗਰੇਜ਼ੀ ਹੈ, ਤੇ ਫਿਰ ਉਹਦੇ ਕੁਝ ਚਾਂਸਸ ਹੈਗੇ ਨੇ। ਅੱਛਾ, ਹੋਰ ਕਿਹੜੇ-ਕਿਹੜੇ ਕਿੱਤੇ ਨੇ ਜਿਨ੍ਹਾਂ ਦੇ ਵਿੱਚ ਜੇ ਤੁਸੀਂ ਲੌਂਗ ਟਰਮ ਲਿਸਟ ਕਹਿੰਦੇ ਹੈਗੇ, ਹਾਂਜੀ ਹਾਂਜੀ, ਲੌਂਗ ਟਰਮ ਲਿਸਟ ਦੇ ਵਿੱਚ ਜਿਹੜੇ ਸਦਾ ਹੀ ਚੱਲੇ ਆ ਰਹੇ ਨੇ, ਜਿਹਦੇ ਵਿੱਚ ਅਸੀਂ ਕਹਿ ਲਈਏ ਕਿ ਪਿਛਲੇ ਕਿੰਨੇ ਸਾਲਾਂ ਤੋਂ ਬੱਚਿਆਂ ਨੂੰ, ਹੁਣ ਅਸੀਂ ਸਾਡੇ ਬੱਚੇ ਨੇ ਜਿਹੜੇ ਜੀ ਉਹ ਉਹਨਾਂ ਨੇ ਹਾਈ ਸਕੂਲ ਕਰ ਲਿਆ, ਹੁਣ ਅੱਗੇ ਉਹਨਾਂ ਨੂੰ ਕਰੀਅਰ ਚੂਜ਼ ਕਰਾਉਣਾ ਕਿ ਉਹਨਾਂ ਨੂੰ ਕੀ ਕਰਾਉਣਾ, ਉਹਨਾਂ ਨੂੰ ਮਾਸਟਰ ਦੇ ਵਿੱਚ ਲੈ ਕੇ ਜਾਣਾ, MBA ਵਾਲੀ ਸਾਈਡ ਤੇ ਲੈ ਕੇ ਜਾਣਾ, ਬਿਜ਼ਨਸ ਮੈਨੇਜਮੈਂਟ ਵਾਲੇ ਪਾਸੇ ਲੈ ਜਾਣਾ, ਨਰਸਿੰਗ ਲੈ ਜਾਣਾ। ਕਿਹੜੇ ਕਿੱਤੇ ਨੇ ਜਿਨ੍ਹਾਂ ਦੇ ਵਿੱਚ ਜੇ ਉਹ ਆਪਣੇ ਬੱਚਿਆਂ ਨੂੰ ਮਾਪੇ ਪਾ ਦਿੰਦੇ ਨੇ, ਉਸ ਟਾਈਮ ਤੱਕ ਵੀ ਉਹ ਲਿਸਟ ਦੇ ਵਿੱਚ ਰਹਿੰਦੇ ਨੇਗੇ ਜਿਹੜੇ ਸ਼ੁਰੂ ਤੋਂ ਚੱਲੇ ਆ ਰਹੇ ਨੇ? ਬਿਲਕੁਲ। ਦੇਖੋ ਜੀ, ਇਨ ਸ਼ਾਰਟ ਆਪਾਂ ਕਵਾਂਗੇ ਵੀ ਜਿਹੜੇ ਵੀ ਕੰਮ ਹੱਥੀਂ ਕਰਨ ਵਾਲੇ ਨੇ ਜੀ, ਉਹ ਆਸਟ੍ਰੇਲੀਆ ਦੇ ਵਿੱਚ ਹਮੇਸ਼ਾ ਡਿਮਾਂਡ 'ਚ ਰਹਿੰਦੇ ਨੇ। ਜਿਸ ਤਰ੍ਹਾਂ ਤੁਸੀਂ ਅੱਜ ਦੀ ਹਾਲਤ ਦੇ ਵਿੱਚ ਦੇਖੋ ਤੇ ਅਕਾਊਂਟੈਂਟਸ ਨੂੰ PR ਮਿਲਣੀ ਆਸਾਨ ਨਹੀਂ ਹੈ, ਜਾਂ ਤੁਸੀਂ ਕਹੋ ਕਿ ਮੈਂ ਇੰਡੀਆ ਦੇ ਵਿੱਚ ਮਾਰਕੀਟਿੰਗ ਮੈਨੇਜਰ ਹਾਂ ਤੇ ਤੁਹਾਨੂੰ PR ਮਿਲਣੀ ਆਸਾਨ ਨਹੀਂ ਹੈ। ਪਰ ਜੇ ਤੁਸੀਂ ਇੱਕ ਟੈਕਨੀਕਲ, ਜੇ ਤੁਸੀਂ ਆਟੋਮੋਟਿਵ ਇੰਜੀਨੀਅਰ, ਜੇ ਤੁਸੀਂ ਬਹੁਤ ਹਾਈਲੀ ਸਕਿੱਲ IT ਦੇ ਵਿੱਚ ਹੈਗੇ ਜੇ, ਜਾਂ ਤੁਸੀਂ ਈਵਨ ਸ਼ੈਫ, ਜਿਹਦੇ ਸ਼ਾਇਦ ਤੁਹਾਨੂੰ PR ਮਿਲਣੀ ਆਸਾਨ ਹੈ, ਜ਼ਿਆਦਾ ਈਜ਼ੀ, ਕਿਉਂਕਿ ਇਹਨਾਂ ਨੂੰ ਮੈਨੇਜਰਸ ਦੀ ਲੋੜ ਨਹੀਂ ਹੈ ਜੀ। ਮੈਨੇਜ ਉਹ ਬਹੁਤ ਵਧੀਆ ਕਰਦੇ ਪਏ ਨੇ ਕੰਟਰੀ ਨੂੰ ਆਲਰੇਡੀ ਜੀ। ਇਹਨਾਂ ਨੂੰ ਹੱਥੀਂ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਿਆਦਾ ਲੋੜ ਹੈ। ਜੇ ਹੁਣ ਤੁਸੀਂ ਰੀਸੈਂਟ ਲਿਸਟ ਦੇਖੋ ਸਾਊਥ ਆਸਟ੍ਰੇਲੀਆ ਦੀ, ਤੇ ਉਹਨਾਂ ਨੇ ਫਾਰਮਿੰਗ ਦੇ ਆਕੂਪੇਸ਼ਨਸ ਨੂੰ ਕਿਹਾ ਵੀ, ਕਿਉਂਕਿ ਬੜੀ ਐਕਸਟ੍ਰੀਮ ਸ਼ਾਰਟੇਜ ਹੈ ਇਸ ਵੇਲੇ ਫਾਰਮਿੰਗ ਦੇ ਵਿੱਚ, ਕਿਉਂਕਿ ਬੈਕਪੈਕਰਸ ਨਹੀਂ ਆ ਰਹੇ ਤੇ ਕੰਟਰੀ ਸਾਈਡ ਤੇ ਉਹਨਾਂ ਨੂੰ ਲੋਕ ਨਹੀਂ ਮਿਲ ਰਹੇ ਜਿਹੜੇ ਫਾਰਮਿੰਗ ਦੇ ਵਿੱਚ ਕੰਮ ਕਰ ਸਕਣ। ਤੇ ਡਾਮਾ ਪ੍ਰੋਗਰਾਮ ਲੈ ਕੇ ਆਇਆ, ਜਿਹੜਾ ਡੈਜ਼ਿਗਨੇਟਿਡ ਏਰੀਆ ਮਾਈਗ੍ਰੇਸ਼ਨ, ਕਿ ਜਿਹੜੇ ਰੀਜਨਲ ਚ EMPLOYERS ਨੇ ਉਹਨਾਂ ਨੂੰ ਹੈਲਪ ਮਿਲ ਸਕੇ ਜੀ। ਡਾਮਾ ਨੂੰ ਜੇ ਤੁਸੀਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ, ਹੋਰ ਤੁਸੀਂ ਜਦੋਂ ਡਾਮਾ ਵਰਡ ਯੂਜ਼ ਕੀਤਾ ਸਾਡੇ ਲਈ ਥੋੜਾ ਫੈਮੀਲੀਅਰ ਹੈ, ਬਟ ਜਿਹੜੇ ਹੋਰ ਦੇਸ਼ਾਂ ਦੇ ਵਿੱਚ ਬੈਠੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਹਾਂਜੀ ਕਿੱਦਾਂ ਡਾਮਾ ਜੀ, ਇਹ ਹਰ ਸਟੇਟ ਵਾਈਜ਼ ਉਹਨਾਂ ਨੇ ਉਹ ਕਿਤੇ ਜਿਹੜੇ ਕਿ ਕਿਸੇ ਵੀ ਆਕੂਪੇਸ਼ਨ ਲਿਸਟ ਦੇ ਵਿੱਚ ਨਹੀਂ ਗਏ, ਤੇ ਉਹ ਕਹਿੰਦੇ ਵੀ ਸਟੇਟ ਵਾਈਜ਼ ਹਰ ਸਟੇਟ ਨੇ ਕਿਹਾ ਕਿ ਹਾਂਜੀ ਸਾਡੇ ਸਟੇਟ ਦੇ ਵਿੱਚ ਇਸ ਚੀਜ਼ ਦੀ ਲੋੜ ਹੈ। ਡਾਮਾ ਰੀਜਨਲ ਮਤਲਬ EMPLOYER ਚਾਹੇ ਤੇ ਕਿਸੇ ਨੂੰ ਸਪਾਂਸਰ ਕਰ ਸਕਦਾ ਜੀ। ਜਿਸ ਤਰ੍ਹਾਂ ਅੱਜ ਦੀ ਡੇਟ 'ਚ ਉਹਨਾਂ ਨੇ ਕਈ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਨਾ ਕਿਤੇ ਉਹਦੇ 'ਚ ਆ ਗਏ ਨੇ। ਈਵਨ ਡਾਮਾ ਦੇ ਵਿੱਚ ਪਿੱਛੇ ਟਰੱਕ ਡਰਾਈਵਰ ਵੀ ਸੀਗਾ ਜੀ। ਸੋ ਅਗਰ ਰੀਜਨਲ ਦੇ ਵਿੱਚ EMPLOYER ਹੈ ਤੇ ਉਹਨੂੰ ਕਿਸੇ ਬੰਦੇ ਦੀ ਲੋੜ ਹੈ, ਤੇ ਉਹ ਹਰ ਸਟੇਟ ਦੀ ਆਪਣੀ ਲਿਸਟ ਹੈ। ਇਹ ਆਈਲੈਟਸ, ਹੁਣ ਟਰੱਕ ਡਰਾਈਵਰ ਦੀ ਤੁਸੀਂ ਗੱਲ ਕੀਤੀ ਆ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਕਿੱਲ ਉੱਥੇ ਇੰਡੀਆ ਦੇ ਵਿੱਚ ਹੈ ਲੋਕਾਂ ਕੋਲ, ਹਾਂਜੀ ਹਾਂਜੀ, ਤੇ ਪਰ ਉਹ ਸਕਿੱਲ ਦੀ ਸਰਟੀਫਿਕੇਸ਼ਨ ਨਹੀਂ ਹੈ। ਬਿਲਕੁਲ ਜੀ। ਜਾਂ ਉਹ ਕੋਈ ਗੈਪ ਕਵਰ ਕਰਨ ਦਾ, ਗੈਪ ਫਿਲ ਕਰਨ ਦਾ ਕੋਈ ਤਰੀਕਾ, ਜਾਂ ਮੈਂ ਕਹਿ ਲਵਾਂ ਦੇਸੀ ਭਾਸ਼ਾ ਦੇ ਵਿੱਚ ਕਿ ਜੁਗਾੜ ਕੁਝ ਹੋ ਸਕਦਾ ਹੁੰਦਾ ਇਦਾਂ ਦਾ ਜਿੱਥੇ ਤੁਸੀਂ ਸਪੋਰਟ ਕਰਦੇ ਹੋ, ਜਿਹੜਾ ਕਿ ਜੈਨੂਇਨ ਤਰੀਕੇ ਨਾਲ ਹੋਵੇ ਓਬਵੀਅਸਲੀ? ਨਹੀਂ, ਜੁਗਾੜ ਦੇਖੋ, ਉਹ ਜਿਹੜਾ ਡਾਮਾ ਖਾਸ ਕਰਕੇ ਉਹ ਆਫਸ਼ੋਰ ਨਹੀਂ ਟਾਰਗੇਟ ਕਰਦੇ ਉਹਦੇ ਵਿੱਚ। ਅੱਛਾ ਜੀ। ਉਹ ਆਮ ਤੌਰ ਤੇ ਹੈਗਾ ਵੀ ਜਿਹੜੇ ਲੋਕ ਔਨਸ਼ੋਰ ਨੇ। ਡਾਮਾ 'ਚ ਕਿਸੇ ਟਰੱਕ ਡਰਾਈਵਰ ਨੂੰ ਇੰਡੀਆ ਤੋਂ ਨਹੀਂ ਲੈ ਕੇ ਆਣਗੇ, ਉਹ ਲੋਕਲ ਕੋਈ ਬੰਦਾ ਸਟੂਡੈਂਟ ਵੀਜ਼ਾ ਤੇ ਹੈਗਾ, ਉਹ ਉੱਥੇ ਟਰੱਕ ਡਰਾਈਵਿੰਗ ਦਾ ਐਕਸਪੀਰੀਅੰਸ ਹੈ ਯੈਸ ਜੀ। ਸੋ ਜੇ ਸਟੂਡੈਂਟ ਵੀਜ਼ੇ ਨੂੰ ਅਸੀਂ ਬੇਸ ਬਣਾ ਲਈਏ ਆਪਣੀ ਅਗਲੀ ਗੱਲਬਾਤ ਦਾ, ਉਸ ਤੋਂ ਇਲਾਵਾ ਅੱਗੇ ਆ ਕੇ ਇੱਥੇ ਆਸਟ੍ਰੇਲੀਆ ਦੇ ਵਿੱਚ ਆ ਕੇ ਜੇ ਉਹ ਸਟੱਡੀ ਤਰੀਕੇ ਨਾਲ ਕਰਦਾ ਤਾਂ ਕਿਹੜੇ-ਕਿਹੜੇ ਐਵਨਿਊਜ਼ ਖੁੱਲਦੇ ਨੇਗੇ ਅੱਗੇ, ਕਿਹੜੇ-ਕਿਹੜੇ ਵੀਜ਼ੇ ਨੇ ਜਿਨ੍ਹਾਂ ਦੇ ਵਿੱਚ ਉਹ ਅਪਰੋਚ ਕਰ ਸਕਦਾ ਆਪਣੇ ਆਪ ਨੂੰ ਪਰਮਨੈਂਟ ਰੈਜ਼ੀਡੈਂਸੀ ਫਿਰ ਸਿਟੀਜ਼ਨਸ਼ਿਪ ਦੇ ਪਾਥਵੇ ਵਾਸਤੇ?
ਦੇਖੋ ਅੱਜ ਦੀ ਡੇਟ ਵਿੱਚ ਨਰਸਿੰਗ ਆਕੂਪੇਸ਼ਨ ਮੈਂ ਕਹੂੰਗਾ ਵੀ ਸਭ ਨੂੰ ਟੌਪ ਤੇ ਹੈ, ਕਿਉਂਕਿ ਪੈਂਡੈਮਿਕ ਦੇ ਵਿੱਚ ਬੜੀ ਜ਼ਬਰਦਸਤ ਸ਼ਾਰਟੇਜ ਸੀਗੀ, ਔਰ ਜਿੰਨੇ ਵੀ ਹੈਲਥ ਨਾਲ ਰਿਲੇਟਡ ਹੋਰ ਆਕੂਪੇਸ਼ਨਸ ਨੇ ਜੀ ਉਹ ਵੀ ਡਿਮਾਂਡ ਦੇ ਵਿੱਚ ਰਹਿਣਗੇ। ਮੈਂਟਲ ਸਟ੍ਰੈਸ ਵੱਧ ਰਿਹਾ ਲੋਕਾਂ ਦਾ, ਜੀ ਤਾਂ ਆਈ ਹੋਪ ਕਿ ਸੋਸ਼ਲ ਵਰਕਰ ਵਿਲ ਬੀ ਵਨ ਆਫ them। ਹਾਂਜੀ। ਔਰ ਬਾਕੀ ਫਿਰ ਟ੍ਰੇਡ ਕੋਰਸਸ ਨੇ ਜੀ, ਜੀ ਸ਼ੈਫਸ ਹਮੇਸ਼ਾ ਡਿਮਾਂਡ 'ਚ ਰਹੇ ਨੇ, ਮੇਰਾ ਖਿਆਲ ਪਿਛਲੇ 20 ਸਾਲ ਤੋਂ ਆਪਾਂ ਦੇਖਦੇ ਆ ਰਹੇ ਹਾਂ। ਕਮਰਸ਼ੀਅਲ ਕੁਕਰੀ ਕਦੇ ਵੀ ਬਾਹਰ ਨਹੀਂ ਹੋਇਆ। ਬਿਲਕੁਲ ਜੀ। ਉਸ ਤੋਂ ਬਾਅਦ ਆਟੋਮੋਟਿਵ, ਇਹ ਦੇਖੋ ਅੱਜ ਵੀ ਇਹ ਸਰਵਿਸਿਜ਼ ਜਿਹੜੀਆਂ ਇੱਥੇ ਮਹਿੰਗੀਆਂ ਨੇ, ਸੋ ਗਵਰਨਮੈਂਟ ਚਾਹੁੰਦੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਕੰਪੀਟੀਸ਼ਨ ਚਾਹਣ ਤੇ ਉਹ ਸਸਤੀਆਂ ਹੋਣ। ਇਲੈਕਟ੍ਰੀਸ਼ੀਅਨ ਅੱਜ ਵੀ ਤੁਸੀਂ ਕਾਲ ਕਰੋ ਤੇ ਬਹੁਤ ਮਹਿੰਗਾ, ਇਹ ਸ਼ਾਇਦ ਇੱਕ ਬਲਬ ਚੇਂਜ ਕਰਕੇ ਜਾਵੇ ਤੇ 100 ਤੋਂ $150 ਲੈ ਜਾਏਗਾ। ਜੀ ਜੀ ਬਿਲਕੁਲ। ਸੋ ਇੱਥੇ ਆ ਕੇ ਇਹ ਪੂਰੇ ਜਿਹੜੇ ਮੈਂ ਕੀ ਟਰਾਈ ਕਰ ਰਿਹਾ ਕਿ ਮੈਂ ਉਹ ਨੈਟਵਰਕ ਦੇਖਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਇੱਕ ਸਟੂਡੈਂਟ ਵੀਜ਼ੇ ਵਾਲੇ ਨੂੰ ਪਤਾ ਚੱਲ ਜਾਵੇ ਕਿ ਮੈਂ ਇਸ ਵੀਜ਼ਾ ਕਲਾਸ ਨੂੰ ਅਪਰੋਚ ਕਰਨਾ ਔਰ ਇਸ ਵੀਜ਼ਾ ਕਲਾਸ ਤੇ ਜਾਣ ਵਾਸਤੇ ਮੈਨੂੰ ਇਹ ਵੀਜ਼ਾ ਕਲਾਸ ਦੇ ਰਾਹੀਂ ਆਉਣਾ ਪੈਣਾ। ਸੋ ਸਭ ਤੋਂ ਸੇਫ ਐਂਡ ਈਜ਼ੀ ਪਾਥਵੇ ਜਿਹੜਾ ਤੁਹਾਨੂੰ ਲੱਗਦਾ ਹੁਣ ਤੱਕ ਦੇ ਐਕਸਪੀਰੀਅੰਸ ਦੇ ਵਿੱਚ ਜਿਹੜਾ ਸਟੂਡੈਂਟਸ ਨੂੰ ਵੀ ਕਲਿੱਕ ਕਰਦਾ ਜਿਹੜੇ ਇੱਥੇ ਆਉਂਦੇ ਨੇਗੇ, ਉਹ ਕਿਹੜਾ? ਦੇਖੋ ਸਟੂਡੈਂਟ ਵੀਜ਼ਾ ਇਸ ਕਰਕੇ ਵਧੀਆ ਕਿ ਉਹ ਆ ਕੇ 2 ਸਾਲ 3 ਸਾਲ ਪੜ੍ਹ ਕੇ ਇੱਕ ਕੰਟਰੀ ਦੇ ਸਿਸਟਮ ਨੂੰ ਸਮਝ ਲੈਂਦੇ ਨੇ, ਉਹ ਕੁਆਲੀਫਾਈ ਹੋ ਜਾਂਦੇ ਨੇ। ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਓਪਰਚੁਨਿਟੀ ਦੇ ਦਿੰਦੀ ਹੈ ਵੀ ਤੁਸੀਂ ਪੋਸਟ ਸਟੱਡੀ ਵੀਜ਼ਾ ਲੈ ਕੇ ਕੰਮ ਵੀ ਕਰ ਲਓ ਜੀ। ਤੇ ਮੇਰਾ ਖਿਆਲ ਕਿ ਸਟੂਡੈਂਟ ਵੀਜ਼ਾ ਯੰਗ ਜਨਰੇਸ਼ਨ ਦੀ ਬਹੁਤ ਵਧੀਆ ਪਾਥਵੇ ਹੈ ਜੀ, ਅਨਲੈਸ ਕਿ ਤੁਸੀਂ ਇੱਕ ਵਾਰੀ ਐਟਲੀਸਟ ਤੁਸੀਂ ਇਸ ਕੰਟਰੀ ਦੇ ਵਿੱਚ ਆਏ। ਦੇਖੋ ਨਾ, ਤੁਸੀਂ ਇੰਡੀਆ ਦੇ ਵਿੱਚ +2 ਕਰਕੇ ਕੀ ਕਰਦੇ ਪਏ ਹੋ? ਮੇਰਾ ਨਹੀਂ ਖਿਆਲ ਕਿ ਉੱਥੇ ਆਮ ਤੌਰ ਤੇ 25 ਸਾਲ ਤੱਕ ਪੇਰੈਂਟਸ ਦੇ ਉੱਤੇ ਡਿਪੈਂਡੈਂਟ ਹੁੰਦੇ ਨੇ ਬੱਚੇ। ਇੱਥੇ ਆ ਕੇ ਤੁਸੀਂ ਦੇਖੋ ਵੀ ਸੈਲਫ ਡਿਪੈਂਡੈਂਟ ਹੋ ਜਾਂਦੇ ਸ਼ੁਰੂ ਤੋਂ ਡੇ 1 ਤੋਂ। ਫਿਰ ਰੋਟੀ ਵੀ ਬਣਾਉਣੀ ਪੈਂਦੀ ਹੈ, ਫਿਰ ਖਰਚਾ ਵੀ ਕੱਢਣਾ, ਫਿਰ ਫੀਸਾਂ ਵੀ ਭਰਨੀਆਂ। ਅੱਛਾ, ਇਹੀ ਮੈਂ ਸਵਾਲ ਪੁੱਛਣਾ ਸੀ। ਅਗਰ ਇੱਥੇ ਆਏ ਬੱਚੇ ਦੇ ਇੱਕ ਬੱਚੇ ਨੂੰ ਸਾਲ ਹੋਇਆ ਤੇ ਇੱਕ ਨੂੰ 3 ਸਾਲ ਹੋਇਆ, ਇੱਕ ਨੂੰ 5 ਸਾਲ ਹੋਇਆ, ਉਹਨਾਂ ਦੇ ਵਿੱਚ ਤੁਸੀਂ ਜਿਨ੍ਹਾਂ ਦੇ ਵਿੱਚ 2-2 ਸਾਲ ਦਾ ਗੈਪ ਜੇ ਲਾ ਕੇ ਚੱਲੇ, ਹਾਂਜੀ, ਤਾਂ ਉਹਦੇ ਵਿੱਚ ਕੀ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਕੀ ਅੰਤਰ ਤੁਸੀਂ ਆਇਡੈਂਟੀਫਾਈ ਕਰਦੇ? ਬਿਕਾਜ਼ ਉਹ ਤੁਹਾਡੇ ਕੋਲ ਪਹਿਲੇ ਸਾਲ ਵੀ ਆਇਆ ਹੁੰਦਾ, 2-3 ਸਾਲਾਂ ਨੂੰ ਵੀ ਆਇਆ ਹੁੰਦਾ, ਫਿਰ ਉਹ ਤੋਂ ਮੁੜ ਕੇ ਅਗਲੇ ਪਰਿਵਾਰ ਦੇ ਮੈਂਬਰਾਂ ਦੇ ਵੀਜ਼ਿਆਂ ਦੇ ਚੱਕਰ 'ਚ ਵੀ ਆਇਆ ਹੁੰਦਾ, ਤੁਹਾਨੂੰ ਮਿਲਦੇ ਰਹਿੰਦੇ ਨੇ। ਤੁਸੀਂ ਉਹਨਾਂ ਦੇ ਬਿਹੇਵੀਅਰ ਦੇ ਵਿੱਚ ਕੀ ਚੇਂਜ ਦੇਖਦੇ ਹੋ? ਨਹੀਂ, ਉਹਨਾਂ ਦੀ ਕੌਨਫੀਡੈਂਸ ਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਜੀ। ਉਹਨਾਂ ਨੂੰ ਫਿਰ ਟਾਈਮ ਦੀ ਵੈਲਿਊ ਜੀ ਪਤਾ ਲੱਗ ਜਾਂਦੀ ਹੈ, ਤੇ ਫਿਰ ਜਿੱਦਾਂ ਇਹਦਾ ਸਮਾਂ ਬੀਤੀ ਜਾਂਦਾ ਉਹ ਵਧੀਆ ਸੈਟਲ ਹੋ ਜਾਂਦੇ। ਮਤਲਬ ਤੁਹਾਨੂੰ ਪਤਾ ਲੱਗ ਜਾਂਦਾ ਵੀ ਜਿਹੜਾ ਟਾਈਮ ਤੋਂ ਲੇਟ ਆਇਆ ਤਾਂ ਮਤਲਬ ਉਹ ਸਾਲ ਪੁਰਾਣਾ ਜਾਂ ਜਦੋਂ ਨਵਾਂ ਹੁੰਦਾ ਉਹ ਬੁਖਲਾਇਆ ਹੁੰਦਾ, ਥੋੜਾ ਬੁਖਲਾਇਆ ਹੁੰਦਾ, ਕਿਉਂਕਿ ਨਵਾਂ ਸਿਸਟਮ ਹੁੰਦਾ, ਨਵੀਂ ਮਿਸਯੂਜ਼ ਕਿੰਨਾ ਕੁ ਹੁੰਦਾਗਾ ਉਹਨਾਂ ਦਾ ਇੱਥੇ ਇਦਾਂ ਦੇ ਜਦੋਂ ਉਹ ਨਵੇਂ ਆਉਂਦੇ ਨੇ ਕਿ ਉਹਨਾਂ ਦਾ ਕਿਉਂਕਿ ਤੁਹਾਡੇ ਕੋਲ ਕੇਸ ਵੀ ਆਉਂਦੇ ਨੇ, ਹਾਂਜੀ ਭਾਜੀ ਅਸੀਂ ਫਲਾਣੇ ਕੋਲ ਗਏ ਸੀਗੇ, ਮੈਨੂੰ ਉਹਨਾਂ ਨੇ ਸਹੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਸਹੀ ਰਸਤੇ ਤੇ ਨਹੀਂ ਤੋਰਿਆ, ਪਰ ਤੁਸੀਂ ਆਇਡੈਂਟੀਫਾਈ ਕਰਦੇ ਹੋ ਸਕਦਾ ਤੁਸੀਂ ਨਹੀਂ ਉਹਦੇ ਨਾਲ ਗੱਲ ਕਰਦੇ, ਬਟ ਤੁਹਾਨੂੰ ਪਤਾ ਹੁੰਦਾ ਕਿ ਯਾਰ ਇਹ ਇੱਥੋਂ ਇਹ ਐਵਨਿਊ ਵੀ ਜਾਂਦਾ ਸੀਗਾ, ਇਸ ਰਸਤੇ ਤੇ ਵੀ ਜਾ ਸਕਦਾ ਸੀ ਉਹ ਬੱਚਾ, ਪਰ ਉਹ ਕਿਉਂ ਨਹੀਂ ਐਡਵਾਈਜ਼ ਕੀਤਾ? ਹੋ ਸਕਦਾ ਉਸ ਮਤਲਬ ਮਿਸਯੂਜ਼ ਕਿੰਨਾ ਕੀਤਾ? ਮਿਸਯੂਜ਼ ਇਨ ਟਰਮਸ ਆਫ ਦੇਖੋ, ਜਿਹੜੀ ਇੱਕ ਗਲਤ ਐਡਵਾਈਸ ਹੈ ਤੁਹਾਡਾ ਪੂਰਾ ਲਾਈਫ ਦਾ ਡਾਇਰੈਕਸ਼ਨ ਬਦਲ ਦੇਗੀ ਜੀ। ਸੋ ਆਪਾਂ ਦੇ ਦੇਖਣ ਜਾਂਦਾ ਹੈ ਕਿ ਐਜੂਕੇਸ਼ਨ ਕੰਸਲਟੈਂਟ ਕਈ ਸਿਰਫ ਆਪਣੇ ਸਮਝ ਲਓ ਕਿ ਕਮਿਸ਼ਨ ਵਾਸਤੇ ਜੀ ਸਟੂਡੈਂਟਸ ਨੂੰ ਫਿਰ ਮਿਸਗਾਈਡ ਵੀ ਹੋ ਜਾਂਦੇ ਨੇ ਜੀ। ਤੇ ਸਟੂਡੈਂਟਸ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਟੂਡੈਂਟ ਨੂੰ ਇਹਨਾਂ ਗੱਲਾਂ ਧਿਆਨ ਰੱਖਣਾ ਚਾਹੀਦਾ ਕਿ ਉਹ ਆਪ ਦੀ ਰਿਸਰਚ ਆਪ ਕਰਨ ਤੇ ਇਹ ਪਤਾ ਲਗਾਉਣ ਵੀ ਜਿਹੜਾ ਉਹ ਕੋਰਸ ਕਰਨ ਜਾ ਰਹੇ ਹੈ ਜੀ ਉਹਦਾ ਆਊਟਕਮ ਕੀ ਹੋਊਗਾ, ਉਹਨਾਂ ਦੀ ਸਕਿੱਲ ਅਸੈਸਮੈਂਟ ਉਸ ਕਿੱਤੇ 'ਚ ਕਿਸ ਤਰ੍ਹਾਂ ਹੋਊਗੀ ਜੀ, ਕੀ ਉਹ ਐਕਸਪੀਰੀਅੰਸ ਨਾਲ ਹੋਏਗੀ, ਕੀ ਉਹ ਜੌਬ ਰੈਡੀ ਪ੍ਰੋਗਰਾਮ ਨਾਲ ਹੋਏਗੀ, ਕਿ ਸਿਰਫ ਪੜ੍ਹਾਈ ਕਰਨ ਦੇ ਨਾਲ ਹੀ ਹੋ ਜਾਏਗੀ। ਫਿਰ ਇਹ ਪਤਾ ਕਰਨ ਵੀ ਉਹਦਾ ਕੰਪੀਟੀਸ਼ਨ ਕਿੰਨਾ ਉਹਦੇ ਵਿੱਚ ਜੀ, ਤੇ ਉਹਦੇ ਲਈ ਬੈਸਟ ਹੈ ਵੀ ਕਿਸੇ ਨਾਲ ਜਿਹੜਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੀ ਸਲਾਹ ਲੈ ਲੈਣ, ਕੁਝ ਆਪਣੀ ਸਟੱਡੀ ਕਰ ਲੈਣ ਜੀ, ਤੇ ਥੋੜਾ ਬੈਟਰ ਰਹਿਣਗੇ ਜੀ। ਬਿਲਕੁਲ। ਸੋ ਇਹ ਤੁਸੀਂ ਸਹੀ ਕਿਹਾ। ਇੱਕ ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਵੱਲ ਨੂੰ ਵਧੀਏ, ਇੱਕ ਗੱਲ ਹੋਰ ਮੈਂ ਜਾਣਨੀ ਚਾਹੂੰਗਾ ਕਿ ਜਿਹੜੇ ਇੱਥੋਂ ਦੇ ਸਟੂਡੈਂਟ ਵੀਜ਼ੇ ਵਾਲੇ ਬੱਚੇ ਨੇ, ਉਹ ਸਟੂਡੈਂਟ ਵੀਜ਼ੇ ਵਾਲੇ ਬੱਚਿਆਂ ਦੇ ਵਿੱਚ ਉਹ ਕਿਹੜੀ ਕਮੀ ਆ ਜੇ ਉਹ ਕਰੈਕਟ ਕਰ ਲੈਣ, ਕੋਈ ਇੱਕ ਕਮੀ ਜੇ ਉਹ ਕਰੈਕਟ ਕਰ ਲੈਂਦੇ ਨੇ ਆਪਣੀ ਪਰਸਨੈਲਿਟੀ ਦੇ ਵਿੱਚ, ਤਾਂ ਉਹਨਾਂ ਦੀ ਪੂਰੀ ਜਿਹੜੀ ਜਰਨੀ ਆ ਬਹੁਤ ਚੰਗੀ ਹੋ ਸਕਦੀ ਹੈ, ਈਜ਼ੀ ਹੋ ਸਕਦੀ ਹੈ। ਇੱਕ ਕਮੀ ਇੱਕ ਬ੍ਰੇਕ ਤੋਂ ਪਹਿਲਾਂ ਦੱਸ ਦਿਓ, ਬਾਕੀ ਆਪਾਂ ਬ੍ਰੇਕ ਤੋਂ ਬਾਅਦ ਸੁਣਦੇ ਹਾਂ। ਦੇਖੋ ਜੀ, ਦ ਫਸਟ ਥਿੰਗ ਇਜ਼ ਇੰਗਲਿਸ਼ ਜੀ। ਜੇ ਉਹ ਡੇ 1 ਤੋਂ ਹੀ ਆਪਣੀ ਇੰਗਲਿਸ਼ ਤੇ ਫੋਕਸ ਕਰ ਲੈਣ ਤੇ ਉਹ ਇੱਕ ਇਸ ਤਰ੍ਹਾਂ ਦਾ ਐਸਪੈਕਟ ਹੈ ਵੀ ਨਾ ਸਿਰਫ ਉਹਨਾਂ ਦੀ ਰੂਟੀਨ ਜ਼ਿੰਦਗੀ 'ਚ ਕੰਮ ਆਊਗਾ, ਉਹਨਾਂ ਨੂੰ ਪੇਅਰ ਲੈਣ ਦੇ ਵਿੱਚ ਵੀ ਹੈਲਪ ਕਰੂਗਾ ਜੀ।
ਜੀ ਜੇ ਡੇ 1 ਤੋਂ ਆਪਣੀ ਇੰਗਲਿਸ਼ ਤੇ ਫੋਕਸ ਕਰਦੇ ਨੇ। ਜੀ ਜੀ ਸੋ ਦੋਸਤੋ, ਬਹੁਤ ਸਾਰੀਆਂ ਉਹ ਕਮੀਆਂ ਦੀ ਅਸੀਂ ਗੱਲ ਕਰਾਂਗੇ ਇਸ ਬ੍ਰੇਕ ਤੋਂ ਬਾਅਦ, ਜਿਨ੍ਹਾਂ ਨੂੰ ਜੇ ਅਸੀਂ ਆਪਣੀ ਲਾਈਫ ਦੇ ਵਿੱਚ ਚੇਂਜ ਕਰ ਲੈਂਦੇ ਹਾਂ ਜਾਂ ਕਰੈਕਟ ਕਰ ਲੈਂਦੇ ਹਾਂ ਜਾਂ ਆਪਣੀ ਆਦਤਾਂ ਨੂੰ ਬਦਲ ਲੈਂਦੇ ਹਾਂ ਇੱਥੇ ਆ ਕੇ, ਤਾਂ ਸਾਨੂੰ 4 ਸਾਲਾਂ ਬਾਅਦ ਜਦੋਂ ਅਸੀਂ ਬਹੁਤ ਸਾਰੀਆਂ ਢੇਰ ਸਾਰੀਆਂ ਫੀਸਾਂ ਜਿਹੜੀਆਂ ਉਸ ਯੂਨੀਵਰਸਿਟੀ ਜਾਂ ਕਾਲਜ ਨੂੰ ਦੇ ਦਿੰਦੇ ਆ, ਤਾਂ ਸਾਨੂੰ ਦੁਬਾਰਾ ਦੂਜੇ ਕੋਰਸਾਂ 'ਚ ਸ਼ਾਇਦ ਨਾ ਇਨਰੋਲ ਹੋਣਾ ਪਵੇ ਔਰ ਇੱਕ 40 50 60 ਹਜ਼ਾਰ ਦਾ ਖਰਚਾ ਫੇਰ ਤੋਂ ਖੜਾ ਨਾ ਕਰਨਾ ਪਵੇ, ਉਸ ਤੋਂ ਅਸੀਂ ਬਚ ਸਕੀਏ। ਇਹ ਇਸ ਦੀ ਇੱਕੋ ਇੱਕ ਕੀ ਆ, ਕਿੱਥੇ ਕਿੱਥੇ ਸਾਨੂੰ ਅਸੀਂ ਆਪਣੇ ਸੁਭਾਅ ਦੇ ਵਿੱਚ ਚੇਂਜਸ ਕਰਨੀਆਂ ਨੇਗੀਆਂ, ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਬ੍ਰੇਕ ਤੋਂ ਬਾਅਦ। ਇਸੇ ਤਰ੍ਹਾਂ ਸਾਡੇ ਨਾਲ ਰਾਬਤਾ ਬਣਾਈ ਰੱਖੋ। ਤੁਹਾਡਾ ਆਪਣਾ ਪ੍ਰੋਗਰਾਮ ਈਸਟ ਵੈਸਟ ਵਿਦ ਬੈਨੀਪਾਲ। ਵੈਲਕਮ ਬੈਕ ਜੀ। ਇੱਕ ਵਾਰੀ ਫੇਰ ਤੋਂ ਤੁਹਾਨੂੰ ਸਤਿ ਸ੍ਰੀ ਅਕਾਲ, ਦੁਆ ਤੇ ਸਲਾਮ। ਪ੍ਰੋਗਰਾਮ ਚੱਲ ਰਿਹਾ ਜੀ ਈਸਟ ਵੈਸਟ ਵਿਦ ਬੈਨੀਪਾਲ। ਮੈਂ ਤੁਹਾਡਾ ਆਪਣਾ ਹੋਸਟ ਰੋਬੀ ਬੈਨੀਪਾਲ, ਤੇ ਮੇਰੇ ਨਾਲ ਨੇ ਰਾਕੇਸ਼ ਮਹਾਜਨ ਜੀ, ਜਿਹੜੇ ਕਿ ਇੱਥੋਂ ਦੇ ਮਾਈਗ੍ਰੇਸ਼ਨ ਏਜੰਟ ਨੇ ਔਰ ਇਮੀਗ੍ਰੇਸ਼ਨ ਨਾਲ ਜੁੜੇ ਹੋਏ, ਜਿਹੜੇ ਆਸਟ੍ਰੇਲੀਆ ਬੇਸਡ ਇਮੀਗ੍ਰੇਸ਼ਨ ਜਿਹੜੇ ਨਾਲ ਜੁੜੇ ਹੋਏ ਜਿਹੜੇ ਮਸਲੇ ਨੇ, ਉਹਨਾਂ ਦੇ ਉੱਪਰ ਇਹ ਸਾਰਿਆਂ ਨੂੰ ਸਾਨੂੰ ਐਡਵਾਈਸ ਦਿੰਦੇ ਨੇ ਜੋ ਵੀ ਇਹਨਾਂ ਕੋਲ ਆਉਂਦੇ ਨੇ। ਅਸੀਂ ਵੀ ਅੱਜ ਇਹਨਾਂ ਦੀ ਕਚਹਿਰੀ ਦੇ ਵਿੱਚ ਬੈਠੇ ਹਾਂ ਜੀ, ਇਹਨਾਂ ਨਾਲ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਜਿਹੜੀ ਕਚਹਿਰੀ ਦਾ ਅਗਲੀ ਸੁਣਵਾਈ ਹੈ ਸਰ, ਉਹ ਇਹ ਹੈ ਕਿ ਵੀ ਸਾਨੂੰ ਇਹ ਦੱਸੋ ਕਿ ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਤੇ ਅਸੀਂ ਕਿਹੜੀਆਂ ਗਲਤੀਆਂ ਕਰ ਬੈਠਦੇ ਹਾਂ ਕਿ ਸਾਨੂੰ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ 10-10 ਸਾਲ 15-15 ਸਾਲ, ਕਈ ਵਾਰੀ ਉਦੋਂ ਵੀ ਜ਼ਿਆਦਾ PR ਨਹੀਂ ਮਿਲਦੀ, ਔਰ ਕਿੰਨੇ ਸਾਰੇ ਪੈਸੇ ਇੱਧਰ ਉੱਧਰ ਜਿਹੜੇ ਇੰਪਲਾਇਰਸ ਨੇ ਉਹਨਾਂ ਨੂੰ ਵੀ ਖਰਾਬ ਕਰ ਲੈਂਦੇ ਆ, ਦੇ ਦਿੰਦੇ ਆ। ਤੇ ਉਹ ਕਿਹੜੀਆਂ ਕਮੀਆਂ ਨੇ, ਕਿਹੜੇ ਉਹ ਰੋਂਗ ਐਕਟ ਨੇ ਜਿਹੜੇ ਉਹ ਇੱਕ ਸਟੂਡੈਂਟ ਆ ਜਿਹੜਾ ਲੈ ਜਾਂਦਾ ਜਾਂ ਐਕਸ਼ਨ ਲੈ ਜਾਂਦਾ ਆਪਣੀ ਲਾਈਫ ਦੇ ਵਿੱਚ, ਤੇ ਉਹਨਾਂ ਨੂੰ ਫਿਰ ਭੁਗਤਣਾ ਬਹੁਤ ਜ਼ਿਆਦਾ ਪੈਂਦਾ। ਦੇਖੋ, ਜਿਹੜੀ ਤੁਸੀਂ 10 ਸਾਲ ਵਾਲੀ ਗੱਲ ਕੀਤੀ ਹੈ, ਉਹਦਾ ਕਾਰਨ ਇੱਕੋ ਹੀ ਹੈ ਕਿ ਜਦੋਂ ਆਪਾਂ ਮਿਹਨਤ ਨਹੀਂ ਕਰਨਾ ਚਾਹੁੰਦੇ ਤੇ ਆਪਾਂ ਸ਼ਾਰਟਕਟ ਚਾਹੁੰਦੇ ਜੀ। ਸੋ ਆਪਾਂ ਬਹੁਤ ਸਾਰੇ ਸਟੂਡੈਂਟਸ ਦੇਖਦੇ ਜਿਹੜੇ ਪਿਛਲੇ 10 ਸਾਲ ਤੋਂ ਉਹਨਾਂ ਨੇ ਆ ਕੇ ਇੱਕ ਡਿਪਲੋਮਾ ਕੀਤਾ, ਫਿਰ ਦੂਸਰਾ ਡਿਪਲੋਮਾ ਕੀਤਾ ਜਾਂ ਤੀਸਰਾ, ਪਰ ਉਹਨਾਂ ਨੇ ਕਦੀ ਆਪਣੀ ਇੰਗਲਿਸ਼ ਦੇ ਉੱਤੇ ਕੰਮ ਨਹੀਂ ਕੀਤਾ ਜੀ। ਜਾਂ ਉਹਨਾਂ ਨੇ ਸ਼ਾਰਟਕਟ ਲੱਭੇ ਕਿ ਆਪਾਂ EMPLOYER ਸਪਾਂਸਰਡ ਲੈ ਲਈਏ, ਉਹਦੇ ਵਿੱਚ ਵੀ ਉਹਨਾਂ ਨੇ ਫਿਰ ਪੈਸੇ ਲੈ ਦੇ ਕੇ ਜਾਲੀ ਕੰਮ ਕਰਨ ਦੀ ਹੀ ਕੋਸ਼ਿਸ਼ ਕੀਤੀ। ਪਰ ਜੇ ਉਹਨਾਂ ਨੇ ਆਪਣੀ ਅੰਗਰੇਜ਼ੀ ਤੇ ਕੰਮ ਕੀਤਾ ਹੁੰਦਾ ਜੀ ਤੇ ਉਹ ਹੁਣ ਨੂੰ PR ਹੋ ਚੁੱਕੇ ਹੁੰਦੇ। ਮੈਂ ਤਾਂ ਇਹੀ ਕਮੀ ਉਹਨਾਂ ਦੀ ਅੱਜ ਤੱਕ ਦੇਖਦਾ, ਕਿਉਂਕਿ ਗਵਰਨਮੈਂਟ ਹਮੇਸ਼ਾ ਅੰਗਰੇਜ਼ੀ ਦਾ ਲੈਂਡਮਾਰਕ ਅਪ ਕਰੀ ਜਾਂਦੀ ਹੈ। ਕਿਸੇ ਟਾਈਮ ਤੇ ਰਿਕੁਆਇਰਮੈਂਟ 5.5 ਹੁੰਦੀ ਸੀਗੀ, ਫਿਰ 6 ਇੰਚ ਹੋਈ ਜੀ। ਅੱਜ ਆਪਾਂ 7 ਇੰਚ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਵੀ ਤਾਂ ਨਹੀਂ ਗੱਲ ਕਰਦੇ ਜੀ। ਸੋ ਆਸਟ੍ਰੇਲੀਆ ਵੀ ਕੰਪੀਟੀਸ਼ਨ ਦੇ ਵਿੱਚ ਆ ਕੈਨੇਡਾ ਜਾਂ ਹੋਰ UK ਜਾਂ ਹੋਰ ਕੰਟਰੀਜ਼ ਦੇ ਨਾਲ। ਹਾਂਜੀ। ਔਰ ਇਹ ਵੀ ਕੋਸ਼ਿਸ਼ ਕਰਦਾ ਅਟਰੈਕਟ ਕਰਨ ਦੀ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਇੱਥੇ। ਬਿਲਕੁਲ ਜੀ। ਤਾਂ ਕਿਤੇ ਇਨ ਫਿਊਚਰ ਤੁਹਾਨੂੰ ਭਵਿੱਖ ਦੇ ਵਿੱਚ ਕਿਤੇ ਲੱਗ ਰਿਹਾ ਕਿ ਕੁਝ ਐਦਾਂ ਦਾ ਵੀ ਹੋਇਆ ਹੋਵੇ ਜਾਂ ਹੋਣ ਦੀ ਉਮੀਦ ਕਿ ਇਹ ਜਿਹੜਾ ਬੈਂਚਮਾਰਕ ਦੀ ਗੱਲ ਕਰਦੇ ਹਾਂ 7 ਬੈਂਡਸ ਦੀ ਲਾ ਲਓ ਜਾਂ ਅਲੱਗ-ਅਲੱਗ ਖਿੱਤੇ ਦੇ ਵਿੱਚ, ਉਹ ਥੱਲੇ ਲੈ ਕੇ ਆਉਣਗੇ, ਜਾਂ ਇਹ ਆਪਣੇ ਉਹਨਾਂ ਫੈਸਲਿਆਂ ਨਾਲ ਕੋਈ ਬਹੁਤ ਜ਼ਿਆਦਾ ਸਮਝੌਤਾ ਨਹੀਂ ਕਰਦੇ? ਨਹੀਂ, ਬਹੁਤ ਜ਼ਿਆਦਾ ਸਮਝੌਤਾ ਨਹੀਂ ਕਰਨਗੇ, ਪਰ ਇਹਨਾਂ ਦਾ ਇੱਕੋ ਹੀ ਜੋ ਉਹਨਾਂ ਨੇ ਬਦਲਾਵ ਕੀਤਾ ਪਿਛਲੇ ਸਾਲਾਂ ਦੇ ਵਿੱਚ ਕਿ ਰੀਜਨਲ ਵੱਲ ਫੋਕਸ ਵੱਧ ਗਿਆ। ਜੇ ਅਗਰ ਤੁਸੀਂ ਰੀਜਨਲ 'ਚ ਜਾਂਦੇ ਜੇ, ਉੱਥੇ 3 ਸਾਲ ਰਹਿੰਦੇ ਜੇ, ਕੰਮ ਕਰਦੇ ਜੇ, ਤੁਹਾਨੂੰ PR ਥੋੜਾ ਆਸਾਨੀ ਨਾਲ ਦਿੱਤੀ ਜਾਂਦੀ ਹੈ, ਜਿਹਨੂੰ ਆਪਾਂ 491 ਵੀਜ਼ਾ ਕਹਿ ਦਿੰਦੇ। 491 ਵੀਜ਼ਾ। ਹਾਂਜੀ। ਸਾਊਥ ਆਸਟ੍ਰੇਲੀਆ ਵਨ ਆਫ them I think। ਬਿਲਕੁਲ ਜੀ। ਜਿੰਨੇ ਵੀ ਰੀਜਨਲ ਏਰੀਆਜ਼ ਨੇ ਉਹ ਸਾਰੇ ਸਪੋਰਟ ਕਰਦੇ ਨੇ ਜੀ ਕਿ ਆਸਟ੍ਰੇਲੀਆ ਇਸ ਲਈ ਫੋਕਸ ਇਹ ਹੈ ਕਿ ਤੁਸੀਂ ਰੀਜਨਲ 'ਚ ਜਾਓ ਜੀ। ਤੇ ਉਹ PR ਨਹੀਂ ਹੈ, ਉਹ ਪ੍ਰੋਵੀਜ਼ਨਲ ਰੈਜ਼ੀਡੈਂਸੀ ਵੀਜ਼ਾ ਜੀ। ਬਟ ਉਹਦੀ ਕੰਡੀਸ਼ਨ ਇਹ ਹੈ ਕਿ ਤੁਸੀਂ 3 ਸਾਲ ਕੰਮ ਕਰੋ ਔਰ ਜੀ। 3 ਸਾਲ ਰੀਜਨਲ 'ਚ ਰਹੋ ਤੇ ਫਿਰ ਆਪਣੀ PR ਕਲੀਅਰ ਕਰੋ। ਯੈਸ, ਉਹਦੇ 'ਚ ਤੁਸੀਂ 6 ਸੀਟ ਨਾਲ ਵੀ ਕੁਆਲੀਫਾਈ ਕਰ ਜਾਂਦੇ ਜੀ।
ਤੇ ਜੇ ਸਟੂਡੈਂਟ ਸਾਊਥ ਆਸਟ੍ਰੇਲੀਆ ਜਾਂ ਰੀਜਨਲ ਏਰੀਆ ਦੇ ਵਿੱਚ ਆਉਂਦਾ ਤਾਂ ਸ਼ੁਰੂ ਦੇ ਵਿੱਚ ਜੇ ਉੱਥੇ ਆਉਂਦਾ ਉਹਨਾਂ ਨੂੰ ਜੌਬ ਓਪਰਚੁਨਿਟੀਜ਼ ਦੀ ਪ੍ਰੋਬਲਮ ਆਉਂਦੀ ਆ, ਇਹ ਸੁਣਨ ਨੂੰ ਚ ਮਿਲਿਆ। ਉਹਦੇ ਪਿੱਛੇ ਕੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ, ਇਸ ਤਰ੍ਹਾਂ ਦੀ ਗੱਲ ਤੇ ਨਹੀਂ ਹੈ, ਕਿਉਂਕਿ ਦੇਖੋ ਜੀ ਆਪਾਂ ਐਡਲੇਡ ਨੂੰ ਮੈਲਬਨ ਸਿਡਨੀ ਨਾਲ ਕੰਪੇਅਰ ਤੇ ਨਹੀਂ ਕਰ ਸਕਦੇ ਜੀ, ਪਰ ਫਿਰ ਵੀ ਜੌਬਸ ਮਿਲਦੀਆਂ ਨੇ ਸਟੂਡੈਂਟਸ ਨੂੰ। ਜੀ, ਹਾਂ, ਥੋੜਾ ਕੰਪੈਰੀਜ਼ਨ, ਜੇ ਥੋੜਾ ਜਿਹਾ ਸਟੂਡੈਂਟ ਵਿਲਿੰਗ ਹੈ ਤੇ ਪਾਰਟ ਟਾਈਮ ਜੌਬਸ ਮਿਲ ਜਾਂਦੀਆਂ ਨੇ। ਅੱਜ ਦੀ ਪੂਰੀ ਗੱਲਬਾਤ ਦਾ ਮੈਂ ਜ਼ਿਆਦਾ ਜਿਹੜਾ ਫੋਕਸ ਆ ਉਹ ਸਟੂਡੈਂਟ ਲਾਈਫ ਦੇ ਉੱਪਰ ਹੀ ਰੱਖਣ ਦੀ ਕੋਸ਼ਿਸ਼ ਕੀਤੀ ਆ। ਸਟੂਡੈਂਟ ਹੋਰ ਕਿਹੜੇ ਖਿੱਤੇ ਦੇ ਵਿੱਚ ਮਿਸਯੂਜ਼ ਹੁੰਦੇ ਨੇ, ਕਿਉਂਕਿ ਕਿਸੇ ਨਾ ਕਿਸੇ, ਜੇ ਇੱਕ ਨਹੀਂ ਤਾਂ ਦੂਜਾ ਕੋਈ ਨਾ ਕੋਈ ਤਾਂ ਆ ਕੇ ਤੁਹਾਡੇ ਕੋਲੇ ਆਪਣਾ ਮਨ ਖੋਲਦਾ ਹੀ ਹਾਂਜੀ ਹਾਂਜੀ। ਤਾਂ ਕਿੱਥੇ, ਕਿਹੜਾ ਏਰੀਆ ਜ਼ਿਆਦਾ ਜਿੱਥੇ ਉਹ ਮਿਸਯੂਜ਼ ਹੋ ਜਾਂਦੇ ਨੇ ਉੱਥੇ? ਆਪਾਂ ਕੈਸ਼ ਦੀ ਗੱਲ ਕਰਦੇ ਪਏ, ਚਾਹੇ ਉਹ ਕੰਮ ਦਾ ਹਾਂਜੀ, ਮਾਮਲਾ ਕੰਮ। ਹੋਵੇ, ਚਾਹੇ ਉਹ ਕਿਸੇ ਵੀ ਤਰੀਕੇ ਨਾਲ। ਦੇਖੋ ਜੀ, ਡੈਫੀਨਿਟਲੀ ਹੁੰਦੇ ਨੇ ਕੁਝ, ਸਾਰੇ ਨਹੀਂ, ਕੁਝ ਜੈਨੂਇਨ ਵੀ EMPLOYERS ਹੁੰਦੇ ਨੇ, ਪਰ ਬਹੁਤ ਸਾਰੇ EMPLOYERS ਧੱਕਾ ਕਰ ਜਾਂਦੇ ਨੇ ਜਦੋਂ ਕੈਸ਼ ਪੇ ਕਰਦੇ ਨੇ। ਤੇ ਕਈ ਜਗ੍ਹਾ ਤੇ ਸਟੂਡੈਂਟ ਨੂੰ ਵੀ ਲਾਲਚ ਹੁੰਦਾ ਕਿ ਮੈਂ ਜ਼ਿਆਦਾ ਕੰਮ ਕਰ ਲਵਾਂ, ਕਿਉਂਕਿ ਪਰਮਿਸ਼ਨ ਉਹਨਾਂ ਕੋਲ 20 ਘੰਟਿਆਂ ਦੀ ਹੁੰਦੀ ਹੈ ਤੇ 20 ਘੰਟੇ ਮੈਂ ਕਰ ਲਵਾਂ TFN ਤੇ ਬਾਕੀ ਚਲੋ ਮੈਂ $10। ਹੁਣ ਤੱਕ ਕਿੰਨੇ ਕੁ ਕੇਸ ਆਏ ਨੇ ਤੁਹਾਡੀ ਲਾਈਫ ਜਿਹੜੀ ਇੱਥੇ ਦਾ ਜਿਹੜਾ ਤੁਹਾਡਾ ਵਰਕ এনवायरमेंट ਆ, ਜਿਨ੍ਹਾਂ ਦੇ ਵਿੱਚ ਕੰਡੀਸ਼ਨ ਬ੍ਰੀਚ ਹੋਣ ਦੀ ਵਜ੍ਹਾ ਦੇ ਨਾਲ ਤੁਹਾਡੇ, ਜਿਨ੍ਹਾਂ ਨੂੰ ਇਹ ਕੰਟਰੀ ਛੱਡ ਕੇ ਜਾਣੀ ਪਈ ਕੰਡੀਸ਼ਨ ਬ੍ਰੀਚ ਹੋਣ ਕਰਕੇ? ਬਹੁਤ ਸਾਰੇ ਕੇਸਸ ਆਉਂਦੇ ਨੇ ਜੀ, ਜਿੱਥੇ ਸਟੂਡੈਂਟ ਜ਼ਿਆਦਾ ਕੰਮ ਕਰ ਰਿਹਾ ਹੁੰਦਾ, ਫਿਰ ਕਈ ਵਾਰੀ ਉਹਨਾਂ ਦੇ ਆਪਣੇ ਹੀ ਯਾਰ ਦੋਸਤ ਰਿਸ਼ਤੇਦਾਰ ਕੋਈ ਨਾ ਕੋਈ ਰਿਪੋਰਟ ਕਰ ਦਿੰਦਾ ਤੇ ਫਿਰ ਉਹਨਾਂ ਨੂੰ ਨੋਟਿਸ ਆਫ ਕੈਂਸਲੇਸ਼ਨ ਆ ਜਾਂਦਾ ਜੀ। ਸੈਂਕੜਿਆਂ ਦੇ ਵਿੱਚ ਹੀ ਨੇ ਕੇਸਸ ਜਿਨ੍ਹਾਂ 'ਚ ਜੇ ਰਿਪੋਰਟ ਨਹੀਂ ਹੋਏ ਸਾਰੇ ਤੇ ਵੀਜ਼ਾਸ ਕੈਂਸਲ ਹੋ ਚੁੱਕੇ ਨੇ, ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਅਪੀਲ ਦੇ ਵਿੱਚ ਚੱਲਦੇ ਪਏ ਨੇ ਜੀ। ਸੋ ਕਿਹੜੀਆਂ ਗੱਲਾਂ ਦਾ, ਫਿਰ ਤੋਂ ਮੈਂ ਇਹ ਜਿਹੜਾ ਕੈਂਸਲੇਸ਼ਨ ਵਾਲਾ ਵੀਜ਼ਾ ਜਾਂ ਡਿਪੂਟੇਸ਼ਨ ਵਾਲੀ ਜਿਹੜੀ ਗੱਲ ਹੈਗੀ, ਇਹਨਾਂ ਦੇ ਵਿੱਚ ਕਿਹੜੀਆਂ ਗੱਲਾਂ ਮਸਟ ਉਹਨਾਂ ਨੂੰ ਧਿਆਨ ਦੇ ਵਿੱਚ ਜਿਹੜੀਆਂ ਰੱਖਣੀਆਂ ਚਾਹੀਦੀਆਂ ਨੇ, ਕਿ ਜਿਨ੍ਹਾਂ ਦੇ ਉੱਤੇ ਉਹ ਬਿਲਕੁਲ, ਚਾਹੇ ਉਹਨਾਂ ਨੂੰ ਕਿੰਨੇ ਹੀ ਕਹਿੰਦੇ ਨੇ ਕਿ ਉਹ ਦਿਸ ਰਿਹਾ ਹੋਵੇ ਕਿ ਹਾਂ ਇੱਧਰ ਨੂੰ ਜਾਵਾਂਗੇ ਤਾਂ ਬੜਾ ਸੌਖਾ ਹੋ ਜਾਂਦਾ, ਤੇ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ? ਮੈਂ ਕਹਾਂਗਾ ਕਿ ਉਹਨਾਂ ਨੂੰ ਜਦੋਂ 2 ਸਾਲ ਪੜ੍ਹ ਰਹੇ ਤੇ ਪੜ੍ਹਾਈ ਤੇ ਹੀ ਫੋਕਸ ਕਰਨਾ ਚਾਹੀਦਾ। ਹਾਂ, ਤੁਸੀਂ ਪਾਰਟ ਟਾਈਮ ਕੰਮ ਕਰਦੇ ਰਹੋ, ਪਰ ਤੁਸੀਂ ਬਹੁਤਾ ਲਾਲਚ ਨਾ ਕਰੋ, ਕਿਉਂਕਿ ਤੁਹਾਨੂੰ ਉਸ ਤੋਂ ਬਾਅਦ ਓਪਰਚੁਨਿਟੀ ਮਿਲੇਗੀ ਫੁੱਲ ਟਾਈਮ ਕੰਮ ਕਰਨ ਦੀ, ਉਹਦੇ 'ਚ ਤੁਹਾਡੀ ਸਾਰੀ ਰਿਕਵਰੀ ਹੋ ਜਾਏਗੀ। ਬਟ ਤੁਸੀਂ ਸਿਰਫ ਪੈਸੇ ਦੇ ਐਸਪੈਕਟ ਨੂੰ ਨਾ ਦੇਖੋ, ਤੁਸੀਂ ਏਮ ਬਣਾਓ ਕਿ ਤੁਸੀਂ ਪੜ੍ਹ ਕੇ ਆਪਣੀ ਅੰਗਰੇਜ਼ੀ ਸੁਧਾਰ ਕੇ ਤੇ ਤੁਸੀਂ PR ਲੈਣੀ ਹੈ, ਨਾ ਕਿ ਤੁਸੀਂ ਸ਼ੁਰੂ ਤੋਂ ਹੀ ਬਸ ਥੋੜਾ ਜਿਹਾ ਬੈਕਅਪ ਲੈ ਕੇ ਚੱਲਣਾ ਚਾਹੀਦਾ। ਮੈਂ ਕਹੂੰਗਾ ਵੀ ਜਿਹੜੇ ਪੇਰੈਂਟਸ ਇੰਡੀਆ ਹੁੰਦੇ ਉਹਨਾਂ ਨੂੰ ਚਾਹੀਦਾ ਵੀ ਉਹ ਰੈਡੀ ਰਹਿਣ ਕਿ ਪਹਿਲੇ ਅਗਰ 1-2 ਸਾਲ ਬੱਚੇ ਨੂੰ ਸਪੋਰਟ ਕਰਨਾ ਪੈ ਗਿਆ ਤੇ ਉਹਨੂੰ ਇੱਕ ਇਨਵੈਸਟਮੈਂਟ ਮੰਨ ਕੇ ਚੱਲਣ ਕਿ ਇਹ ਇਨਵੈਸਟਮੈਂਟ ਹੈ ਕਿ ਇਹ ਬੱਚਾ ਸਾਡਾ ਸੈਟਲ ਹੋ ਜਾਏਗਾ ਆਸਟ੍ਰੇਲੀਆ ਦੇ ਵਿੱਚ। ਆਸਟ੍ਰੇਲੀਆ ਬੜਾ ਪਿਆਰਾ ਮੁਲਕ ਆ, ਮੈਨੂੰ ਤਾਂ ਬਹੁਤ ਚੰਗਾ ਲੱਗਦਾ। ਬਿਲਕੁਲ ਜੀ, ਤੁਹਾਨੂੰ ਵੀ ਚੰਗਾ ਲੱਗਦਾ ਹੋਣਾ। ਤੁਸੀਂ UK ਦੇ ਵਿੱਚ ਵੀ ਜਾ ਸਕਦੇ ਸੀ, US ਵੀ, ਕੈਨੇਡਾ ਵੀ, ਸਾਰੇ ਕਿਤੇ ਤੁਹਾਡੇ ਵਾਸਤੇ ਓਪਰਚੁਨਿਟੀ ਸੀ, ਕਿਉਂਕਿ ਤੁਸੀਂ ਹੋਰ ਨੂੰ ਭੇਜਦੇ ਸੀ, ਕੋਈ ਤਾਂ ਹੀ ਸਕਦੇ ਸੀ। ਤੁਸੀਂ ਆਸਟ੍ਰੇਲੀਆ ਹੀ ਕਿਉਂ ਚੁਣਿਆ? ਦੇਖੋ, ਆਪਾਂ ਟਰੈਵਲ ਸਭ ਜਗ੍ਹਾ ਕੀਤਾ, ਬਟ ਆਸਟ੍ਰੇਲੀਆ ਇਸ ਕਰਕੇ ਚੁਣਿਆ ਵੀ ਬੜਾ ਸ਼ਾਂਤ ਲੱਗਾ, ਕੂਲ এনवायरमेंट ਜੀ, ਹੈਲਥ ਕੇਅਰ ਸਿਸਟਮ, ਐਜੂਕੇਸ਼ਨ ਬੱਚਿਆਂ ਦੀ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ ਆਪਾਂ ਆਸਟ੍ਰੇਲੀਆ ਚੁਣਿਆ। ਜਦੋਂ ਆਏ ਸੀਗੇ ਐਡਲੇਡ, ਆਪਾਂ ਸੋਚ ਕੇ ਆਏ ਸੀਗੇ ਵੀ ਐਡਲੇਡ ਰਹਿ ਕੇ 2 ਸਾਲ PR ਲੈ ਕੇ ਤੇ ਮੈਲਬਨ ਸਿਡਨੀ ਚਲ ਜਾਵਾਂਗੇ ਜੀ, ਪਰ ਫਿਰ ਐਡਲੇਡ ਨਾਲ ਇਸ ਤਰ੍ਹਾਂ ਦਾ ਪਿਆਰ ਹੋਇਆ ਵੀ ਹੁਣ ਆਪਾਂ ਪਿਛਲੇ 10 ਸਾਲ। ਕੀ ਚੀਜ਼ ਸਭ ਤੋਂ ਜ਼ਿਆਦਾ ਚੰਗੀ ਲੱਗੀ ਤੁਹਾਨੂੰ ਐਡਲੇਡ ਦੀ, ਜਾਂ ਚੰਗੀ ਲੱਗਦੀ ਆ? ਐਡਲੇਡ ਦੇਖੋ, ਤੁਸੀਂ ਜਿੰਨੇ ਦਾ ਘਰ ਤੁਸੀਂ ਆਪਾਂ ਲੈ ਸਕਦੇ ਆ ਸਿਟੀ ਤੋਂ 10 ਕਿਲੋਮੀਟਰ ਦੂਰ, ਆਪਾਂ ਉਸ ਦੇ 3 ਗੁਣਾ ਵੀ ਨਹੀਂ ਲੈ ਸਕਦੇ ਮੈਲਬਨ ਦੇ ਵਿੱਚ। ਜੇ ਤੁਸੀਂ $500,000 ਦਾ ਘਰ ਲੈ ਸਕਦੇ ਹੋ ਵਿਦ 10 ਕਿਲੋਮੀਟਰ ਆਫ ਰੇਡੀਅਸ। ਸੋ ਇਟਸ ਸੋ ਇੰਪੋਰਟੈਂਟ ਹਾਂਜੀ ਇਸ ਚੀਜ਼ ਨੂੰ ਕੰਸੀਡਰ ਕਰਨਾ ਕਿ ਫਿਰ ਤੁਹਾਡੇ ਕੋਲ ਫੈਮਿਲੀ ਲਈ ਜ਼ਿਆਦਾ ਟਾਈਮ ਹੈ ਜੀ, ਕਿ ਤੁਸੀਂ ਆਪਣੀ ਫੈਮਿਲੀ ਨੂੰ ਟਾਈਮ ਦੇ ਸਕਦੇ ਹੋ, ਟਰੈਵਲ ਟਾਈਮ ਹੈ ਨਹੀਂਗਾ ਜੀ। ਅੱਜ ਵੀ ਮੈਂ ਮਾਰਨਿੰਗ ਆਪਣੇ ਘਰ ਤੋਂ ਆਫਿਸ 20-25 ਮਿੰਟ ਦੇ ਵਿੱਚ ਪਹੁੰਚ ਜਾਂਦਾ ਜੀ। ਸੋ ਆਸਟ੍ਰੇਲੀਆ ਦੇ ਵਿੱਚ ਜਦੋਂ ਤੁਸੀਂ ਪੂਰੇ, ਬਿਕੋਜ਼ ਤੁਸੀਂ ਸਰਚ ਰੱਖਦੇ ਹੋ, ਧਿਆਨ ਰੱਖਦੇ ਹੋ, ਹੋਰ ਸਰਚ ਕਰਦੇ ਹੋ ਹੋਰ ਸਾਰੀਆਂ ਮੁਲਕਾਂ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਕਿਹੜਾ ਉਹ ਪਾਰਟ ਇੱਥੋਂ ਦੇ ਕਲਚਰ ਦਾ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਥੋੜਾ ਹਾਰਡ ਹੈਗਾ, ਕਿ ਇਹ ਵੀ ਨਾ ਹੋਵੇ ਨਾ ਤਾਂ ਮਤਲਬ ਫਿਰ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਵੇ? ਹਾਰਡ ਕੁਝ ਵੀ ਇਦਾਂ ਦਾ ਜਿਹੜਾ ਲੱਗਦਾ ਕਿ ਵੀ ਯਾਰ ਆਸਟ੍ਰੇਲੀਆ ਦੇ ਵਿੱਚ ਆਹ ਚੀਜ਼ ਆ ਜਿਹੜੀ ਆਸਟ੍ਰੇਲੀਆ ਦੀ ਆ, ਇਹ ਚੰਗੀ ਆਦਤ ਨਹੀਂ ਆਸਟ੍ਰੇਲੀਅਨਸ ਦੀ, ਇਸ ਕਰਕੇ ਲੋਕ ਪ੍ਰੈਫਰ ਕਰਦੇ ਨੇ ਕਿ ਕੈਨੇਡਾ 'ਚ ਜਾ ਕੇ ਬਸ ਜਾਈਏ ਜਾਂ ਫਲਾਣੇ ਦਾ ਕੁਝ ਨਾ ਕੁਝ। ਆਮ ਤੌਰ ਤੇ ਸਟੂਡੈਂਟ ਨੂੰ ਇਹੀ ਲੱਗਦਾ ਹੋਵੇਗਾ ਕਿ ਸ਼ਾਇਦ ਗਵਰਨਮੈਂਟ ਦੀਆਂ ਪਾਲਿਸੀਜ਼ ਬੜੀ ਜਲਦੀ ਚੇਂਜ ਹੁੰਦੀਆਂ, ਕਿ ਜਿਸ ਤਰ੍ਹਾਂ ਹੀ
ਉਹ ਗੋਲ ਅਚੀਵ ਕਰਨ ਵਾਲੇ ਹੁੰਦੇ ਨੇ ਤੇ ਗੋਲ Policy change ਹੋ ਜਾਂਦੀ। ਪਾਲਿਸੀ ਚੇਂਜ ਹੋ ਜਾਂਦੀ। ਹਾਂ ਇਹੀ ਮੈਂ ਕੁਝ ਫੀਲ ਕਰ ਰਿਹਾ ਸੀ ਕਿ ਇਹੀ, ਬਿਲਕੁਲ। ਇਸ ਦਾ ਪੋਜ਼ਿਟਿਵ ਪਾਰਟ ਮੇਰੇ ਖਿਆਲ ਦੇ ਵਿੱਚ ਜਿਹੜਾ ਇਸ ਚੀਜ਼ ਨੂੰ ਜਿਸ ਨੂੰ ਅਸੀਂ ਸ਼ੁਰੂ ਤੋਂ ਭੰਡਦੇ ਆ ਰਹੇ ਹਾਂ, ਕਹਿੰਦੇ ਆ ਰਹੇ ਹਾਂ ਕਿ ਯਾਰ ਇੱਥੋਂ ਦੀ ਗਵਰਨਮੈਂਟ ਕੀ ਆ ਕਿ ਸ਼ਾਮ ਨੂੰ ਸੌਂ ਤੇ ਸਵੇਰ ਨੂੰ ਜਦੋਂ ਉੱਠੋ ਤੇ ਪਾਲਿਸੀ ਚੇਂਜ ਹੋਈ ਹੁੰਦੀ ਹੈ, ਬਟ ਉਸ ਦਾ ਜਿਹੜਾ ਪੋਜ਼ਿਟਿਵ ਪੱਖ ਜਿਹੜਾ ਮੈਨੂੰ ਲੱਗਦਾ ਦੇਖਣ ਨੂੰ ਮਿਲਿਆ ਉਹ ਪੈਂਡੇਮਿਕ ਦੇ ਦੌਰਾਨ ਹਾਂਜੀ, ਬਿਲਕੁਲ ਜੀ। ਕਿ ਇਹਨਾਂ ਨੇ ਇੰਨਾ ਕੁਇਕ ਐਕਸ਼ਨ ਲੈਤਾ ਕਿ ਵਾਇਰਸ ਵੀ ਉਹਨਾਂ ਕੁਇਕ ਐਕਸ਼ਨ ਨਹੀਂ ਲੈ ਸਕਦਾ ਸੀ ਉਦੋਂ ਤੱਕ ਇਹ ਆਪਣੇ ਆਪ ਨੂੰ ਤਿਆਰ ਕਰ ਲੈਂਦੇ ਸੀ, ਕਿਉਂਕਿ ਲੋਕ ਇਹਨਾਂ ਨੇ ਯੂਜ਼ ਟੂ ਰੱਖੇ ਸੀਗੇ ਉਸ ਕੁਇਕ ਚੇਂਜ ਵਾਸਤੇ। ਹਾਂਜੀ, ਬਿਲਕੁਲ ਜੀ। ਸੋ ਉਹਦਾ ਬੈਨੀਫਿਟ ਵੀ ਸਾਨੂੰ ਉਸ ਤਰੀਕੇ ਦੇ ਵਿੱਚ ਹੋਇਆ। ਸੋ ਜਾਣ ਤੋਂ ਪਹਿਲਾਂ, ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ, ਤੁਸੀਂ ਸਾਡੇ ਪੂਰੇ ਦਰਸ਼ਕ ਨੇ ਜਿਹੜੇ ਹੋਰ ਮੁਲਕਾਂ ਦੇ ਵਿੱਚ ਬੈਠੇ ਨੇ, ਤੁਸੀਂ ਕੀ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਉਹ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਸੈਟਲ ਹੁੰਦੇ ਨੇ ਜਾਂ ਆਪਣੇ ਬੱਚਿਆਂ ਨੂੰ ਭੇਜਣ ਲਈ ਤਿਆਰ ਕਰਦੇ ਨੇ, ਕਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਤਾਂ ਜੋ ਉਹਨਾਂ ਦੀ ਇਮੀਗ੍ਰੇਸ਼ਨ ਜਰਨੀ ਹੈ ਜਿਹੜੀ ਹਾਂਜੀ, ਮਾਈਗ੍ਰੇਸ਼ਨ ਜਰਨੀ ਆ ਉਹ ਪੂਰੀ ਲਾਈਫ ਚੰਗੀ ਰਹੇ ਔਰ ਚੰਗੇ ਤਰੀਕੇ ਨਾਲ ਅੱਗੇ ਤੱਕ ਜਾਵੇ? ਉਹਨਾਂ ਨੂੰ ਕੇਅਰਫੁਲੀ ਦੇਖਣਾ ਚਾਹੀਦਾ ਵੀ ਉਸ ਕੰਟਰੀ ਦੀ ਇਮੀਗ੍ਰੇਸ਼ਨ ਪਾਲਿਸੀ ਕੀ ਹੈ ਜੀ, ਉਹਦਾ ਦਾ ਬੱਚਾ ਕਿਸ ਤਰ੍ਹਾਂ ਪੱਕਾ ਹੋਊਗਾ ਜੀ, ਤੇ ਪਲੱਸ ਫਿਰ ਉਸ ਕੰਟਰੀ ਦਾ ਮਾਹੌਲ ਚਾਲ ਕੀ ਹੈ। ਜੀ। ਮੇਰਾ ਖਿਆਲ ਯੂਐਸ ਲੋਕਾਂ ਦੀ ਚੋਇਸ ਤੇ ਹੈਗੀ ਹੈ, ਬਟ ਜੀ। ਇਸ ਵੇਲੇ ਹਾਲਾਤ ਬਹੁਤ ਮਾੜੇ ਨੇ। ਜੀ, ਯੂਕੇ ਦੇ ਵਿੱਚ ਵੀ ਕੋਈ ਬਿਲਕੁਲ। ਬਹੁਤ ਜ਼ਿਆਦਾ ਭਵਿੱਖ ਇੰਨਾ ਸ਼ੋਰ ਨਹੀਂ ਹੈ। ਜੀ, ਕੈਨੇਡਾ, ਆਸਟ੍ਰੇਲੀਆ ਵਧੀਆ ਚੋਇਸ ਹੈ ਮੈਨੂੰ ਲੱਗਦਾ ਇਸ ਵੇਲੇ। ਜੀ। ਵੈਦਰ ਪੱਖੋਂ ਤੁਹਾਨੂੰ ਆਸਟ੍ਰੇਲੀਆ ਦਾ ਲੱਗਦਾ? ਵੈਦਰ ਪੱਖੋਂ ਇਸ ਕਰਕੇ ਵਧੀਆ ਕਿ ਆਪਾਂ ਤਕਰੀਬਨ ਇੰਡੀਆ ਵਰਗਾ ਵੈਦਰ ਸਾਨੂੰ ਮਿਲ ਜਾਂਦਾ ਜੀ, ਤੇ ਦੇਖੋ ਗਰਮੀ ਵੀ ਹੈ ਤੇ ਸਰਦੀ ਵੀ ਹੈ। ਜੇ ਆਪਾਂ ਕੈਨੇਡਾ ਚਲ ਜਾਈਏ ਤਾਂ ਸ਼ਾਇਦ ਬਰਫ਼ ਹੀ ਬਰਫ਼ ਪਿਛਲੇ 3 ਮਹੀਨੇ, ਜੀ। 3 ਤੋਂ 6 ਮਹੀਨੇ ਬਰਫ਼ ਰਹਿੰਦੀ ਹੈ। ਤੁਸੀਂ ਤੁਹਾਨੂੰ ਜ਼ਿਆਦਾ ਬੈਟਰ ਪਤਾ ਜੀ, ਕੈਨੇਡਾ ਬਾਰੇ। ਜੀ। ਸੋ ਮੇਰੇ ਖਿਆਲ ਦੇ ਵਿੱਚ ਇਹ ਵੀ ਹੈ ਕਿ ਇੱਕ ਹੋਰ ਆਸਟ੍ਰੇਲੀਆ ਦੇ ਵਿੱਚ ਆ ਕੇ ਬਸੇ ਪੰਜਾਬੀ ਨੂੰ ਇਹ ਵੀ ਫਾਇਦਾ ਜਿਹੜਾ ਮੈਂ ਜ਼ਰੂਰ ਕੰਸੀਡਰ ਕਰਦਾ ਕਿ ਤੁਸੀਂ ਉਸੇ ਹੱਥ ਹੀ ਡਰਾਈਵ ਕਰਦੇ ਹੋ ਜਿਸ ਹਿਸਾਬ ਤੁਸੀਂ ਹਾਂਜੀ। ਪੰਜਾਬ ਚੋਂ ਡਰਾਈਵ ਕਰਦੇ ਹੋ। ਬਹੁਤ valid ਬਹੁਤ point ਸਾਰੇ, ਹੈ। ਹਾਂਜੀ, ਬਹੁਤ ਸਾਰੇ ਕੈਨੇਡਾ, ਅਮਰੀਕਾ ਤੋਂ ਆਏ ਇਸ ਹਾਂਜੀ। ਗੱਲੋਂ ਕਿਉਂਕਿ ਉਹਨਾਂ ਦੀ ਡਰਾਈਵ ਦੂਜੇ ਪਾਸੇ ਹੁੰਦੀ ਆ, ਬਿਲਕੁਲ ਉਹ ਜੀ। ਕਈ ਵਾਰੀ ਰੋਂਗ ਸਾਈਡ ਤੇ ਉਲਟੇ ਚਲੇ ਹੱਥ ਤੇ ਜਾਂਦੇ ਆ, drive ਕਰ ਦਿੰਦੇ ਕਰ ਸਹੀ। ਲੈਂਦੇ ਆ ਤੇ ਐਕਸੀਡੈਂਟ ਦਾ ਉਹਨਾਂ ਨੂੰ ਹਿੱਸਾ ਹਾਂਜੀ। ਬਣ ਜਾਂਦੇ ਆ। ਸੋ ਇਹ ਵੀ ਇੱਕ ਪਾਰਟ ਹੈਗਾ ਜਿਹੜਾ ਹਾਂਜੀ, ਮੇਰੇ ਪਲੱਸ ਖਿਆਲ ਵਿੱਚ ਮੈਨੂੰ ਲੱਗਦਾ ਕਿ ਡਿਸਟੈਂਸ ਫਰੋਮ ਇੰਡੀਆ ਬਹੁਤ ਕਲੋਜ਼ ਬਹੁਤ ਕਲੋਜ਼ ਹੈ। ਹਾਂਜੀ। ਮਤਲਬ ਕਿ ਆਪਾਂ 12 ਤੋਂ 14 ਘੰਟੇ ਦੇ ਵਿੱਚ ਪਹੁੰਚ ਜਾਂਦੇ ਹਾਂ। ਹਾਂ, ਫਿਰ ਆਪਾਂ ਇੰਨਾ ਵੀ ਨਾ ਤਾਰੀਫ ਕਰ ਲਈਏ ਕਿ ਸਾਡਾ ਟੀਵੀ ਚੱਲਦਾ ਬੰਦ ਹੀ ਕਰ ਜਾਣ। ਸੋ ਜੇ ਤੁਸੀਂ ਯੂਐਸ, ਕੈਨੇਡਾ ਦੇ ਵਿੱਚ ਬੈਠੇ ਦੇਖਦੇ ਹੋ, ਤੁਹਾਡਾ ਮੁਲਕ ਵੀ ਬਹੁਤ ਪਿਆਰਾ ਤੇ ਹਾਂਜੀ। ਸਾਡਾ ਈਸਟ ਵੀ ਬਹੁਤ ਪਿਆਰਾ ਤੇ ਤੁਹਾਡਾ ਵੈਸਟ ਵੀ ਬਹੁਤ ਪਿਆਰਾ। ਸੋ ਈਸਟ ਵੈਸਟ ਨੂੰ ਜੋੜਨ ਵਾਸਤੇ ਹੀ ਅਸੀਂ ਇਸ ਪ੍ਰੋਗਰਾਮ ਦੀ ਸੱਥ ਦੇ ਵਿੱਚ ਤੁਹਾਡੇ ਰੂਬਰੂ ਹੁੰਨੇ ਆ, ਜਿੱਥੇ ਅਸੀਂ ਤੁਹਾਡਾ ਰਾਬਤਾ ਕਰਾਉਂਦੇ ਆ ਈਸਟ ਦੇ ਵਿੱਚ ਸੋਚਣ ਵਾਲਿਆਂ ਦਾ ਵੈਸਟ ਵਾਲਿਆਂ ਦੇ ਨਾਲ। ਸੋ ਸਾਡੇ ਮਹਿਮਾਨ ਬਣ ਕੇ ਜਦੋਂ ਵੀ ਤੁਸੀਂ ਆਓਗੇ, ਅਸੀਂ ਜ਼ਰੂਰ ਤੁਹਾਨੂੰ ਵੈਲਕਮ, ਜੀ ਆਇਆਂ ਨੂੰ ਆਖਾਂਗੇ ਤੇ ਇਹੀ ਉਮੀਦ ਕਰਦੇ ਆ ਜਦੋਂ ਅਸੀਂ ਮਹਿਮਾਨ ਬਣ ਕੇ ਤੁਹਾਡੇ ਸ਼ਹਿਰ ਦੇ ਵਿੱਚ ਆਈਏ, ਤੁਹਾਡੇ ਮੁਲਕ ਦੇ ਵਿੱਚ ਆਈਏ, ਤੁਸੀਂ ਵੀ ਸਾਨੂੰ ਉਸ ਜਿੰਦਾ ਦਿਲੀ ਦੇ ਨਾਲ, ਉਸ ਵਾਰਮਨੈਸ ਦੇ ਨਾਲ ਵੈਲਕਮ, ਜੀ ਆਇਆਂ। ਲਈਏ ਜੀ ਇਜਾਜ਼ਤ ਫਿਰ ਆਪਾਂ। ਹਾਂਜੀ, ਬਹੁਤ ਤੇ thank you। ਬਹੁਤ ਮਿਹਰਬਾਨੀ ਜੀ, ਤੁਸੀਂ ਸਾਨੂੰ ਆਪਣਾ ਬਹੁਤ ਵੈਲਿਊਏਬਲ ਟਾਈਮ ਦਿੱਤਾ। ਬਹੁਤ ਬਿਜ਼ੀ ਹੋ ਤੁਸੀਂ, ਪਰ ਫਿਰ ਵੀ ਇੱਕ ਛੋਟੀ ਜੀ ਕਾਲ ਦੇ ਉੱਪਰ ਤੁਸੀਂ ਸਾਡੇ ਕੋਲ ਪਹੁੰਚੇ ਔਰ ਸਾਡੇ ਪਿਆਰੇ ਜਿਹੇ ਦਰਸ਼ਕਾਂ ਨੂੰ ਪਿਆਰੀਆਂ ਜਿਹੀਆਂ ਗੱਲਾਂ ਦੱਸ ਕੇ ਗਏ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ। ਅਗਲੇ ਕਿਸੇ ਹੋਰ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਕਿਸੇ ਹੋਰ ਮੁੱਦੇ ਜਾਂ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਇਸੇ ਤਰ੍ਹਾਂ ਰਾਬਤਾ ਬਣਾਈ ਰੱਖਿਓ। ਇਹ ਥੱਲੇ ਜਿਹੜਾ ਸਬਸਕ੍ਰਿਪਸ਼ਨ ਵਾਲਾ ਬਟਨ ਹੈਗਾ, ਇਹ ਵੀ ਤੁਸੀਂ ਜ਼ਰੂਰ ਦੱਬ ਦਿਓ ਤੇ ਨਾਲ ਆਪਣੇ ਕਮੈਂਟਸ ਜਿਹੜੇ ਥੱਲੇ ਲਿਖ ਕੇ ਸਾਨੂੰ ਇਸ ਪ੍ਰੋਗਰਾਮ ਦੇ ਬਾਰੇ 'ਚ ਆਪਣੀ ਫੀਡਬੈਕ ਜ਼ਰੂਰ ਦਿਓ ਤਾਂ ਜੋ ਅਸੀਂ ਆਪਣੇ ਆਪ ਨੂੰ ਇੰਪਰੂਵ ਕਰਦੇ ਰਹੀਏ ਜੀ। ਮਿਲਦੇ ਹਾਂ ਜੀ ਫਿਰ ਤੋਂ। ਸ਼ੱਬਾ ਖੈਰ, ਜ਼ਿੰਦਗੀ ਜ਼ਿੰਦਾਬਾਦ।